नमः। बाणी गुरु गुरु है बाणी, विच बाणी अमृत सारे। गुरु बाणी कह सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज घर वसा होए। केदारा महला पंजवा, घर दूजा। एक ओंकार सतगुर प्रसाद। माई संत संग जागी, प्रिय रंग देखै जपदी नाम निधानी। माई संत संग जागी, प्रिय रंग देखै जपती नाम निधानी। रहाउ दर्शन प्यास लोचन तार लागी, बिसरी त्यास बिडानी। अब गुर पायो है सै सुखदायक, दर्शन पेखत मन लपटानी। देख दमोदर रहस मन उपजयो, नानक प्रै अमृत बानी। अब गुरु पायो है सै सुखदायक, दर्शन पेखत मन लपटानी। देख दमोदर रस मन उपजयो, नानक प्रै अमृत बानी। वाहिगुरु जी का खालसा, वाहिगुरु जी की फतेह। चल रही लड़ीवार गुरु शब्द दी विचार आप जी नूं सरवण करा रहे हैं। अति सत्कारयोग सिंह साहब प्रोफैसर मनजीत सिंह जी, उन्हां पासों आ बड़े प्यार नाल पावन शब्द दी विचार सरवण करो जी। वाहिगुरु जी का खालसा, वाहिगुरु जी की फतेह। एक ओंकार सतनाम करता पुरुष निरभव निर्वैर अकाल मूरत अजूनी सैभं गुर प्रसाद। मैं नाही कछौ नहीं किछ आह न मोरा, अवसर लज्जा राख ले हो सदना जन तोरा। जागत जोत सतगुरु धन श्री गुरु ग्रंथ साहिब पातशाह जी की पावन हजूरी विखे धन गुरु हरकृष्ण साहिब महाराज की पावन चरण छो प्राप्त पावन स्थान विखे विराजमान समूह गुरमुख प्यारे सत्संगी जनों, दशमेश पिता धन गुरु गोबिंद सिंह साहिब महाराज की बख्शिश की हुई गुरफतेह सांझी करिए जी। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹਾਂ। ਦੂਰ ਦੁਰਾਡੇ ਸੁਰਤੀਆਂ ਕਰਕੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਈਆਂ ਸਮੂਹ ਗੁਰਸਿੱਖ ਰੂਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਜੋ ਪਾਵਨ ਬਚਨ ਉਪਦੇਸ਼ ਰੂਪ ਵਿੱਚ ਸਾਨੂੰ ਬਖਸ਼ਿਸ਼ ਹੋਇਆ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਤਿਗੁਰੂ ਜੀ ਨੇ ਸਾਡੇ ਗੁਰੂ ਕੇ ਕਹਾਉਣ ਵਾਲਿਆਂ ਦੇ ਸਵਾਸਾਂ ਦੇ ਭਲੇ ਵਾਸਤੇ ਸਾਡੀ ਝੋਲੀ ਪਾਇਆ ਹੈ। ਕੇਦਾਰਾ ਰਾਗ ਵਿੱਚ ਦਰਜ ਇਹ ਅੰਮ੍ਰਿਤ ਬਚਨ ਸਤਿਗੁਰੂ ਜੀ ਨੇ ਗੁਰੂ ਦਰ ਤੇ ਆ ਕੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਇਸ ਤੁਰਕੀ ਬਾਣੀ ਨੂੰ ਜਦੋਂ ਕੋਈ ਖੁਸ਼ਕਿਸਮਤ ਵਡਭਾਗੀ ਰੂਹ ਗੁਰੂ ਚਰਨਾਂ ਦੇ ਅਦਬ ਭਾਉ ਨੂੰ, ਗੁਰੂ ਚਰਨਾਂ ਦੇ ਦ੍ਰਿੜ ਭਰੋਸੇ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਇਹ ਸ਼ਬਦਾਂ ਨੂੰ, ਬਾਣੀ ਨੂੰ ਪੜ੍ਹਦੀ, ਸੁਣਦੀ, ਗਾਉਂਦੀ, ਵਿਚਾਰਦੀ ਤੇ ਫਿਰ ਇਹਦੀ ਕਮਾਈ ਕਰਦੀ ਹੈ ਮਨ ਬਚਨ ਕਰਮ ਕਰਕੇ, ਉਸ ਗੁਰਸਿੱਖ ਰੂਹ ਦੇ ਜੀਵਨ ਵਿੱਚ ਜੋ ਵਿਸਮਾਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਅੱਜ ਮਹਾਰਾਜ ਨੇ ਸਾਨੂੰ ਉਸ ਦੀ ਮਹਿਮਾ ਦਰਸਾਈ ਹੈ, ਉਹਦਾ ਬੋਧ ਕਰਵਾਇਆ ਹੈ। ਤੇ ਇਹਦੇ ਪਿੱਛੇ ਭਾਵਨਾ ਇਹ ਹੈ ਕਿ ਇਸ ਤਰ੍ਹਾਂ ਦੀ ਖੁਸ਼ਕਿਸਮਤੀ ਵਾਲੀ ਗੁਰੂ ਬਖਸ਼ਿਸ਼ ਵਾਲੀ ਅਵਸਥਾ ਸਾਡੇ ਗੁਰੂ ਕੇ ਕਹਾਉਣ ਵਾਲਿਆਂ ਦੇ ਜੀਵਨ ਵਿੱਚ ਵੀ ਆ ਜਾਵੇ। ਸਾਨੂੰ ਵੀ ਇਹ ਖੁਸ਼ਕਿਸਮਤੀ ਵਾਲੀ ਅਵਸਥਾ ਪ੍ਰਾਪਤ ਹੋ ਜਾਏ ਤੇ ਸਾਡਾ ਮਨੁੱਖ ਰੂਪ ਦੇ ਵਿੱਚ ਇਹ ਸੰਸਾਰ ਅੰਦਰ ਆਉਣਾ ਤੇ ਸੰਸਾਰ ਦੀ ਭੀੜ ਵਿੱਚੋਂ ਨਿਕਲ ਕੇ ਗੁਰੂ ਦੇ ਦਰ ਤੇ ਆਉਣਾ ਸਫਲਾ ਹੋ ਜਾਏ। ਗੁਰੂ ਪਿਆਰਿਓ, ਦਾਤਾਰ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਡੇ ਮਨੁੱਖ ਕਹਾਉਣ ਵਾਲਿਆਂ ਦੇ ਜੀਵਨ ਦੇ ਜੋ ਗੁੱਝੇ ਰਹੱਸ ਰਮਜ਼ ਪ੍ਰਗਟ ਕੀਤੇ ਨੇ, ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਮਨੁੱਖੀ ਜੀਵਨ ਦੋ ਤਰ੍ਹਾਂ ਦਾ ਹੈ। ਦੋ ਪੱਖਾਂ ਤੋਂ ਅਸੀਂ ਇਹ ਜੀਵਨ ਜਿਉਂਦੇ ਹਾਂ। ਇੱਕ ਹੈ ਸਰੀਰਕ ਪੱਧਰ ਤੇ, ਸਰੀਰਾਂ ਦੇ ਪੱਧਰ ਤੇ ਜੀਵਨ, ਤੇ ਦੂਸਰਾ ਹੈ ਰੂਹ ਦੇ ਪੱਧਰ ਤੇ, ਆਤਮਾ ਦੇ ਪੱਧਰ ਤੇ, ਮਾਨਸਿਕ ਪੱਧਰ ਤੇ ਇਹ ਜੀਵਨ ਜਿਉਣਾ। ਇਹ ਠੀਕ ਹੈ ਕਿ ਮਨੁੱਖੀ ਜੀਵਨ ਇਹਨਾਂ ਦੋਨਾਂ ਦਾ ਸੁਮੇਲ ਹੈ। ਸਰੀਰ ਰੂਪੀ ਭਾਂਡਾ ਹੈ, ਇਸ ਦੀ ਬਣਤਰ ਵਾਹਿਗੁਰੂ ਜੀ ਨੇ ਇਸ ਤਰ੍ਹਾਂ ਬਣਾਈ ਕਿ ਪੰਜਾਂ ਤੱਤਾਂ ਦੇ ਇਸ ਸੁਮੇਲ ਨਾਲ ਬਣੇ ਹੋਏ ਸਰੀਰ ਵਿੱਚ ਵਾਹਿਗੁਰੂ ਜੀ ਨੇ ਪ੍ਰਾਣ ਪਾ ਦਿੱਤੇ, ਸਵਾਸ ਪਾ ਦਿੱਤੇ, ਆਪਣੀ ਜੋਤ ਪਾ ਦਿੱਤੀ। ਸਾਡਾ ਆਤਮਾ, ਸਾਡੀ ਰੂਹ ਇਹਦੇ ਵਿੱਚ ਟਿਕਾ ਦਿੱਤੀ। ਫਿਰ ਇਹਦੇ ਵਿੱਚ ਇੱਕ ਮਨ ਰੂਪ ਸ਼ਕਤੀ ਟਿਕਾ ਦਿੱਤੀ, ਵਿਚਾਰ ਸ਼ਕਤੀ ਦੇ ਦਿੱਤੀ, ਜਿਹਦੇ ਰਾਹੀਂ ਅਸੀਂ ਆਪਣੇ ਜੀਵਨ ਨੂੰ ਆਨੰਦਮਈ, ਸੁਖਮਈ, ਸਹਿਜ ਵਾਲਾ, ਟਿਕਾਊ ਵਾਲਾ, ਅਡੋਲਤਾ ਵਾਲਾ ਬਣਾਉਣ ਦੇ ਸਮਰੱਥ ਹੋ ਸਕਦੇ ਹਾਂ। ਜੇ ਤੇ ਇਸ ਵਿਚਾਰ ਸ਼ਕਤੀ ਨੂੰ ਠੀਕ ਢੰਗ ਨਾਲ ਵਰਤ ਲਿਆ ਗਿਆ ਤਾਂ ਤੇ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਜਿਹੜਾ ਆਨੰਦ, ਸੁਖ ਅਸੀਂ ਲੋਚਦੇ ਹਾਂ ਉਹ ਪ੍ਰਾਪਤ ਹੋ ਜਾਂਦਾ ਹੈ। ਤੇ ਜੇ ਸਾਨੂੰ ਇਸ ਵਿਚਾਰ ਸ਼ਕਤੀ ਨੂੰ ਠੀਕ ਢੰਗ ਨਾਲ ਵਰਤ ਕੇ ਮਨੁੱਖੀ ਜੀਵਨ ਦੇ ਇਹਨਾਂ ਭੇਦਾਂ ਨੂੰ ਸਮਝਣਾ ਨਹੀਂ ਆਇਆ ਤੇ ਕੇਵਲ ਸਰੀਰਾਂ ਦੇ ਪੱਧਰ ਤੇ ਜਿਉਂਦਿਆਂ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਵਾਲੀ ਅਵਸਥਾ ਵਿੱਚ ਜਿਉਂਦਿਆਂ ਲੰਘ ਜਾਣਾ ਸਮਾਂ। ਪਰ ਉਸ ਸਮੇਂ ਨੂੰ ਕਾਮਯਾਬ ਸਮਾਂ, ਖੁਸ਼ਕਿਸਮਤੀ ਵਾਲਾ ਸਮਾਂ ਨਹੀਂ ਆਖਿਆ ਜਾ ਸਕਦਾ।
ਜਿਹੜੇ ਗੁਜ਼ਰ ਰਹੇ ਮਨੁੱਖੀ ਜੀਵਨ ਦੇ ਸਮੇਂ ਵਿੱਚ ਅਸੀਂ ਰੋਂਦਿਆਂ ਧੋਂਦਿਆਂ ਉਦਾਸ ਨਿਰਾਸ਼ ਹੋ ਕੇ ਕਲਾ ਕਲੇਸ਼ਾਂ ਵਿੱਚ ਗਰਸੇ ਹੋਏ ਵਿਕਾਰੀ ਬਿਰਤੀਆਂ ਦੇ ਬੇਸੰਜਮੇਪਣ ਦੇ ਵਿੱਚ ਭਟਕਦੇ ਹੋਏ ਬੇਚੈਨ ਅਸ਼ਾਂਤ ਜੀਵਨ ਦੇ ਸਮੇਂ ਨੂੰ ਗੁਜ਼ਾਰ ਲਈਏ, ਉਸ ਨੂੰ ਮਾਣ ਕਰਨ ਯੋਗ ਜੀਵਨ ਨਹੀਂ ਆਖਿਆ ਜਾ ਸਕਦਾ। ਇਹ ਸਾਨੂੰ ਸਾਰਿਆਂ ਨੂੰ ਗੱਲ ਸਮਝ ਆਉਂਦੀ ਹੈ। ਅਸੀਂ ਆਪ ਹੀ ਇਸ ਗੱਲ ਦਾ ਅਹਿਸਾਸ ਕਰਦੇ ਹਾਂ ਕਿ ਜਦੋਂ ਸਾਡੇ ਜੀਵਨ ਵਿੱਚ ਦੁੱਖ ਕਲੇਸ਼ ਹੁੰਦੇ ਨੇ, ਜਦੋਂ ਸਾਡੇ ਜੀਵਨ ਵਿੱਚ ਉਦਾਸੀ ਨਿਰਾਸ਼ਾ ਹੁੰਦੀ ਹੈ, ਜੀਵਨ ਜਿਉਣਾ ਸਾਨੂੰ ਖੁਦ ਨੂੰ ਵੀ ਚੰਗਾ ਨਹੀਂ ਲੱਗਦਾ। ਅਸੀਂ ਖੁਦ ਵੀ ਜੀਵਨ ਤੋਂ ਆਵਾਜ਼ਾਰ ਹੁੰਨੇ ਹਾਂ। ਇਸ ਜੀਵਨ ਨੂੰ ਜਿਉਣਾ ਸਾਨੂੰ ਦੁੱਬਰ ਲੱਗਣ ਲੱਗ ਜਾਂਦਾ। ਹੁਣ ਮਹਾਰਾਜ ਕਹਿੰਦੇ ਜਿਹੜੀ ਗੱਲ ਤੁਹਾਨੂੰ ਖੁਦ ਨੂੰ ਚੰਗੀ ਨਹੀਂ ਲੱਗਦੀ ਤੇ ਤੁਸੀਂ ਉਹਦੇ ਤੋਂ ਮੁਕਤ ਹੋਣਾ ਚਾਹੁੰਦੇ ਹੋ, ਤਾਂ ਫਿਰ ਭਲਾ ਇਸ ਗੱਲ ਵਿੱਚ ਹੈ, ਸਿਆਣਪ ਇਸ ਗੱਲ ਵਿੱਚ ਹੈ ਕਿ ਇਹਦੇ ਲਈ ਭੇਦ ਸਮਝ ਲਿਆ ਜਾਵੇ, ਇਹਦੇ ਲਈ ਕੁਝ ਇਹੋ ਜਿਹਾ ਬੋਧ ਹਾਸਲ ਕਰ ਲਿਆ ਜਾਵੇ ਜਿਹਦੇ ਨਾਲ ਇਹੋ ਜਿਹੀ ਉਦਾਸੀ ਨਿਰਾਸ਼ਾ ਵਾਲੀ ਕਲਾ ਕਲੇਸ਼ ਵਾਲੀ ਭਟਕਣਾ ਵਾਲੀ ਅਵਸਥਾ ਤੋਂ ਬਚ ਜਾਇਆ ਜਾਵੇ ਤੇ ਜਿਹੜਾ ਅਸੀਂ ਸੁੱਖ ਆਨੰਦ ਲੱਭਦੇ ਹਾਂ ਉਹ ਪ੍ਰਾਪਤ ਹੋ ਜਾਵੇ। ਮੈਂ ਪਿਛਲੇ ਸਮਿਆਂ ਵਿੱਚ ਵੀ ਇਹ ਬੇਨਤੀ ਕਰਦਾ, ਔਰ ਜਿੰਨੇ ਗੁਰਮੁਖ ਪਿਆਰੇ ਇੱਥੇ ਵਿਦਵਾਨ ਸੱਜਣ ਆਪ ਜੀ ਦੇ ਨਾਲ ਬੈਠ ਕੇ ਸਤਸੰਗੀ ਹਾਜ਼ਰੀਆਂ ਭਰਦੇ ਨੇ, ਗੁਰ ਸ਼ਬਦ ਵਿਚਾਰ ਦੀ ਦ੍ਰਿੜਤਾ ਕਰਾਉਂਦੇ, ਉਹਨਾਂ ਵੱਲੋਂ ਵੀ ਇਹੀ ਗੱਲ ਸਮਝਾਈ ਜਾਂਦੀ ਹੈ ਕਿ ਅਸੀਂ ਇੱਥੇ ਗੁਰੂ ਕੇ ਦਰ ਤੇ ਆਉਨੇ ਆ, ਇਹਦਾ ਮਕਸਦ ਇਹੋ ਹੀ ਹੈ ਕਿ ਇੱਥੇ ਆ ਕੇ ਜੀਵਨ ਨੂੰ ਸਹਿਜ ਅਡੋਲਤਾ ਵਿੱਚ ਟਿਕਾਓ ਵਿੱਚ ਲਿਆਉਣ ਲਈ, ਆਨੰਦਮਈ ਬਣਾਉਣ ਲਈ ਕੁਝ ਇਹੋ ਜਿਹੇ ਭੇਦ ਸਮਝ ਲਏ ਜਾਣ। ਤੇ ਗੁਰੂਦੇਵ ਤੇ ਅੱਗੇ ਹੀ ਇਸ ਬਖਸ਼ਿਸ਼ ਨੂੰ ਲੈ ਕੇ ਬੈਠੇ ਨੇ, ਵਿਰਾਜਮਾਨ ਨੇ, ਪ੍ਰਕਾਸ਼ਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਿ ਕੋਈ ਆਵੇ ਇੱਥੇ ਆ ਕੇ ਮੇਰੇ ਕੋਲੋਂ ਮੇਰੇ ਕਰਤਾ ਪੁਰਖ ਰਾਹੀਂ ਬਖਸ਼ਿਸ਼ ਕੀਤੀ ਹੋਈ ਇਹ ਰੂਹਾਨੀ ਗਿਆਨ ਦੀ ਦਾਤ ਆਪਣੀ ਝੋਲੀ ਪਵਾ ਕੇ ਉਹ ਵੀ ਬਖਸ਼ਿਆ ਜਾਵੇ, ਉਹ ਵੀ ਬ੍ਰਹਮ ਗਿਆਨੀ ਬ੍ਰਹਮ ਵੇਤਾ ਬਣ ਕੇ ਆਪਣੇ ਅੰਦਰਲੀ ਉਸ ਕਰਤਾ ਪੁਰਖ ਦੀ ਅਗੰਮੀ ਜੋਤ ਦੇ ਨਾਲ ਪ੍ਰਕਾਸ਼ਿਆ ਜਾਵੇ, ਲਿਵਲੀਨ ਹੋ ਜਾਵੇ। ਇਹੀ ਮਕਸਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਇਹ ਦਾਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਿੱਤੀ ਹੈ ਤੇ ਉਸ ਦੇ ਪਿੱਛੇ ਮਕਸਦ ਇਹੋ ਹੀ ਸੀ, ਜੀਵਨ ਵਿੱਚ ਲਾਪਰਵਾਹੀ, ਬੇਸੰਜਮਾਪਣ, ਅਵੇਸਲਾਪਣ ਇਹ ਮੁੱਕੇ, ਜੀਵਨ ਨੂੰ ਕੁਝ ਇਸ ਢੰਗ ਨਾਲ ਜਿਉਣ ਦੀ ਜਾਚ ਆ ਜਾਵੇ ਕਿ ਇਹਦੇ ਵਿੱਚੋਂ ਬਖਸ਼ਿਸ਼ ਭਰੇ ਆਨੰਦਮਈ ਨਤੀਜੇ ਨਿਕਲ ਸਕਣ। ਅੱਜ ਉਹਨਾਂ ਆਨੰਦਮਈ ਨਤੀਜਿਆਂ ਦਾ ਦਾਤਾਰ ਪਾਤਸ਼ਾਹ ਨੇ ਸਾਨੂੰ ਬੋਧ ਕਰਵਾਇਆ ਹੈ। ਪਹਿਲੀ ਗੱਲ ਮਹਾਰਾਜ ਇਹ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਭਲਿਓ ਜਦੋਂ ਜੀਵਨ ਜਿਉ, ਸਰੀਰ ਦੀ ਆਪਣੀ ਇੱਕ ਮਹਿਮਾ ਹੈ, ਆਪਣੀ ਇੱਕ ਮਹੱਤਤਾ ਹੈ, ਇਹਦੀ ਹੋਂਦ ਤੋਂ ਬਿਨਾਂ ਜੀਵਨ ਜੀਵਿਆ ਨਹੀਂ ਜਾ ਸਕਦਾ। ਪਰ ਇਹ ਵੀ ਗੱਲ ਧਿਆਨ ਵਿੱਚ ਰੱਖਣਾ ਕਿ ਸਰੀਰ ਦੇ ਪੱਧਰ ਤੇ ਹੀ ਜੇ ਜਿਉਂਦੇ ਰਹੋਗੇ ਤਾਂ ਫਿਰ ਤੁਹਾਨੂੰ ਇਸ ਸਰੀਰ ਦੀਆਂ ਲੋੜਾਂ ਨੇ, ਇਸ ਸਰੀਰ ਦੀਆਂ ਭੁੱਖਾਂ ਨੇ ਐਸਾ ਉਲਝਾ ਕੇ ਰੱਖਣਾ ਹੈ ਕਿ ਉਹਨਾਂ ਭੁੱਖਾਂ ਤੋਂ ਬਾਹਰ ਨਿਕਲ ਕੇ ਰੂਹ ਦੀ ਭੁੱਖ ਵੱਲ ਤੁਹਾਡਾ ਧਿਆਨ ਨਹੀਂ ਜਾਣਾ। ਤੇ ਜਿੰਨਾ ਚਿਰ ਤੱਕ ਰੂਹ ਦੀ ਭੁੱਖ ਜਿਹੜੀ ਹੈ, ਆਤਮਾ ਦੀ ਭੁੱਖ ਜਿਹੜੀ ਹੈ, ਉਹਦੇ ਵੱਲ ਧਿਆਨ ਨਹੀਂ ਜਾਂਦਾ ਤਾਂ ਜਿਹੜਾ ਸਦੀਵੀ ਆਨੰਦ ਹੈ, ਟਿਕਾਊ ਹੈ ਜੀਵਨ ਵਿੱਚ, ਉਹਦੀ ਪ੍ਰਾਪਤੀ ਸੰਭਵ ਨਹੀਂ ਹੈ। ਸਰੀਰ ਦੀਆਂ ਬਿਰਤੀਆਂ ਕੁਝ ਇਸ ਤਰ੍ਹਾਂ ਦੀਆਂ ਵਾਹਿਗੁਰੂ ਜੀ ਨੇ ਹੀ ਬਣਾ ਦਿੱਤੀਆਂ ਕਿ ਇੱਕ ਭੁੱਖ ਪੈਦਾ ਹੁੰਦੀ ਹੈ, ਉਹਦੀ ਤ੍ਰਿਪਤੀ ਲਈ ਬੰਦਾ ਯਤਨ ਕਰਦਾ ਹੈ ਤੇ ਉਹ ਅਜੇ ਪੂਰਾ ਨਹੀਂ ਹੁੰਦਾ, ਦੂਜੀ ਭੁੱਖ ਹੋਰ ਜਾਗ ਜਾਂਦੀ ਹੈ। ਭੋਜਨ ਦੀ ਹੀ ਭੁੱਖ ਐਸੀ ਹੈ, ਪਾਣੀ ਦੀ ਹੀ ਪਿਆਸ ਐਸੀ ਹੈ ਜਿਹੜੀ ਕਦੀ ਵੀ ਸਰੀਰ ਦੀ ਹੋਂਦ ਜਿੰਨਾ ਚਿਰ ਤੱਕ ਹੈ ਇਹ ਪੂਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿਉਂ ਬੰਦੇ ਦਾ ਜੀਵਨ ਆਰੰਭ ਹੁੰਦਾ, ਦਿਨ ਚੜ੍ਹਦਾ, ਸਰੀਰ ਮੰਗ ਕਰਦਾ ਹੈ ਭੋਜਨ ਦੀ, ਸਰੀਰ ਮੰਗ ਕਰਦਾ ਹੈ ਪਾਣੀ ਦੀ, ਤੇ ਇਹ ਮੰਗ ਜਿਹੜੀ ਹੈ ਸਰੀਰ ਦੇ ਅੰਦਰੋਂ ਭੁੱਖ ਪਿਆਸ ਦੀ ਤ੍ਰਿਪਤੀ ਦੀ ਉੱਠੀ, ਭੋਜਨ ਦੀ ਉੱਠੀ, ਪਾਣੀ ਦੀ ਉੱਠੀ,
ਹੁਣ ਇਹਦੀ ਤ੍ਰਿਪਤੀ ਲਈ ਜਦੋਂ ਬੰਦਾ ਯਤਨ ਕਰਦਾ ਹੈ ਤਾਂ ਸਾਰਾ ਧਿਆਨ ਇੱਥੇ ਲਾ ਦਿੰਦਾ ਹੈ, ਅੰਦਰ ਦੀ ਰੂਹ ਦੀ ਭੁੱਖ ਵਾਲੇ ਪਾਸੇ ਧਿਆਨ ਨਹੀਂ ਜਾਂਦਾ। ਹੁੰਦਾ ਇਹ ਹੈ ਕਿ ਖਾਣ ਪੀਣ ਦੇ ਆਹਾਰ ਵਿੱਚ ਲੱਗਿਆ ਹੋਇਆ ਬੰਦਾ ਖਾ ਪੀ ਕੇ ਕਹਿੰਦਾ ਬਹੁਤ ਆਨੰਦ ਆਇਆ, ਲੇਕਿਨ ਉਹ ਖਾਧਾ ਪੀਤਾ ਕੁਝ ਸਮੇਂ ਬਾਅਦ ਮਹਾਰਾਜ ਕਹਿੰਦੇ ਖਾਧਾ ਹੋਏ ਸੁਆ ਭੀ ਖਾਣੇ ਸਿਓ ਦੋਸਤੀ, ਫਿਰ ਉਸੇ ਪਾਸੇ ਵੱਲ ਧਿਆਨ ਚਲੇ ਜਾਂਦਾ। ਫਿਰ ਹੋਰ ਨਵੇਂ ਭੋਜਨ ਦੀ, ਨਵੇਂ ਤਰਲ ਪਦਾਰਥਾਂ ਦੀ, ਪੇय ਪਦਾਰਥਾਂ ਦੀ ਮੰਗ ਫਿਰ ਉੱਠ ਖੜਦੀ ਹੈ। ਮਹਾਰਾਜ ਕਹਿੰਦੇ ਸਰੀਰ ਦੇ ਪੱਧਰ ਤੇ ਕੇਵਲ ਇਹ ਭੋਜਨ ਦੀ ਜਾਂ ਪਾਣੀ ਦੀ ਹੀ ਪਿਆਸ ਨਹੀਂ ਜਾਗਦੀ, ਇਹਦੇ ਨਾਲ ਨਾਲ ਫਿਰ ਹੋਰ ਬੜੀਆਂ ਅਜੀਬੋ ਗਰੀਬ ਭੁੱਖਾਂ ਜੁੜੀਆਂ ਨੇ। ਕਾਮ ਦੀ ਭੁੱਖ ਜੁੜੀ ਹੈ, ਸਰੀਰ ਨੂੰ ਆਪਣਾ ਲੁਕਾਉਣ ਦੀ, ਕੁੱਲੀ ਦੀ ਭੁੱਖ ਹੈ, ਕੱਪੜਿਆਂ ਦੀ ਭੁੱਖ ਹੈ। ਔਰ ਮਹਾਰਾਜ ਕਹਿੰਦੇ ਇਹ ਭੁੱਖਾਂ ਜਿਹੜੀਆਂ ਨੇ ਨਾ ਐਸੀਆਂ ਅਜੀਬੋ ਗਰੀਬ ਨੇ, ਕਦੀ ਵੀ ਤ੍ਰਿਪਤ ਨਹੀਂ ਹੁੰਦੀਆਂ। ਇੱਕ ਝੁੱਗੀ ਮਿਲ ਜਾਵੇ ਬੰਦੇ ਕੋਲ ਨਹੀਂ ਹੈ ਤੇ ਫਿਰ ਉਸ ਝੁੱਗੀ ਨੂੰ ਪ੍ਰਾਪਤ ਕਰਨ ਲਈ ਤਰੱਦਦ ਕਰਦਾ, ਝੁੱਗੀ ਮਿਲ ਜਾਏ ਤੇ ਫਿਰ ਦੂਜਿਆਂ ਵੱਲ ਦੇਖ ਕੇ ਕਹਿੰਦਾ ਕਿ ਨਹੀਂ, ਇਹਦੇ ਕੋਲ ਜਿਹੜਾ ਹੈ ਸਿਰ ਲੁਕਾਉਣ ਦਾ ਟਿਕਾਣਾ, ਮਕਾਨ, ਇਹਦੇ ਨਾਲੋਂ ਕਿਤੇ ਵਧੀਆ ਮੇਰੇ ਕੋਲ ਹੋ ਜਾਏ। ਹੁਣ ਮਹਾਰਾਜ ਕਹਿੰਦੇ ਇਸ ਦਾ ਵਿਸਥਾਰ ਜਿੰਨਾ ਮਰਜ਼ੀ ਕਰ ਲਓ, ਬਾਰ-ਬਾਰ ਬਾਣੀ ਦੇ ਵਿੱਚ ਸਾਨੂੰ ਮਹਾਰਾਜ ਨੇ ਇਸ ਦਾ ਵਿਸਥਾਰ ਕਰ ਕਰਕੇ ਦੱਸਿਆ। ਪਰ ਦਾਤਾਰ ਪਾਤਸ਼ਾਹ ਕਹਿੰਦੇ ਕਦੀ ਵੀ ਇਹਨਾਂ ਭੁੱਖਾਂ ਨੇ, ਇਹਨਾਂ ਇੱਛਾਵਾਂ ਨੇ, ਇਹਨਾਂ ਲੋੜਾਂ ਨੇ ਪੂਰਾ ਨਹੀਂ ਹੋਣਾ, ਮੁੱਕਣਾ ਨਹੀਂ। ਜ਼ਿੰਦਗੀ ਪੂਰੀ ਹੋ ਜਾਣੀ ਹੈ, ਜ਼ਿੰਦਗੀ ਮੁੱਕ ਜਾਣੀ ਹੈ। ਇਹਨਾਂ ਭੁੱਖਾਂ ਨੇ, ਇੱਛਾਵਾਂ, ਲੋੜਾਂ ਨੇ ਕਦੀ ਮੁੱਕਣਾ ਨਹੀਂ। ਤੇ ਜਿੰਨਾ ਚਿਰ ਤੱਕ ਅੰਦਰ ਭੁੱਖ ਹੁੰਦੀ ਹੈ, ਜਿੰਨਾ ਚਿਰ ਤੱਕ ਅੰਦਰ ਲੋੜਾਂ ਜਿਹੜੀਆਂ ਨੇ ਉਹ ਕੜਮਾਸ ਪਾਉਂਦੀਆਂ ਨੇ, ਦਾਤਾਰ ਜੀ ਕਹਿੰਦੇ ਟਿਕਾਓ ਕਿੱਥੇ ਹੈ? ਇਹਨਾਂ ਲੋੜਾਂ ਵਾਲੇ ਪਾਸੇ ਲੱਗੇ ਹੋਏ ਅਸੀਂ ਮਨੁੱਖ ਕਹਾਉਣ ਵਾਲੇ ਜ਼ਰਾ ਆਪੋ ਆਪਣੀਆਂ ਜ਼ਿੰਦਗੀਆਂ ਵੱਲ ਝਾਤੀ ਮਾਰੀਏ, ਟਿਕਾਓ ਹੈ ਕਿਤੇ ਸਾਡਾ? ਜਿਉਂ ਇਹਨਾਂ ਭੁੱਖਾਂ ਦੀ ਪੂਰਤੀ ਲਈ, ਕੁੱਲੀ ਗੁੱਲੀ ਜੁੱਲੀ ਲਈ ਅਸੀਂ ਯਤਨ ਕਰਦੇ ਹਾਂ, ਯਤਨ ਮੁੱਕਦਾ ਹੀ ਨਹੀਂ ਕਦੀ, ਦੌੜ ਭੱਜ ਮੁੱਕਦੀ ਹੀ ਨਹੀਂ ਕਦੀ। ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਆਪਣੀ ਲੋੜ ਪੂਰੀ ਕਰਨ ਤੋਂ ਬਾਅਦ ਫਿਰ ਪਰਿਵਾਰ ਦੀ ਲੋੜ, ਤੇ ਫਿਰ ਪਰਿਵਾਰ ਤੱਕ ਵੀ ਸੀਮਤ ਨਹੀਂ, ਅੱਗੋਂ ਉਹਨਾਂ ਦੇ ਪਰਿਵਾਰ, ਬੱਚਿਆਂ ਦੇ ਪਰਿਵਾਰ, ਬੱਚਿਆਂ ਦੇ ਪਰਿਵਾਰ, ਫਿਰ ਕੁੱਲਾਂ ਦੀ ਅਸੀਂ ਕਹਾਣੀ ਕਹਿੰਦੇ ਅਸੀਂ ਬੱਚਿਆਂ ਵਾਸਤੇ ਇੰਨਾ ਛੱਡ ਜਾਈਏ, ਉਹਨਾਂ ਦੇ ਬੱਚਿਆਂ ਵਾਸਤੇ ਫਿਰ ਬੜੇ ਮਾਣ ਨਾਲ ਅਸੀਂ ਗੱਲਾਂ ਕਰਦੇ ਹਾਂ, ਇੰਨਾ ਕਮਾ ਲਿਆ, ਇੰਨਾ ਪ੍ਰਾਪਤ ਕਰ ਲਿਆ ਕਿ ਹੁਣ ਮੇਰੀਆਂ 4 ਪੀੜ੍ਹੀਆਂ ਵੀ ਖਾਂਦੀਆਂ ਰਹਿਣ ਤੇ ਮੁੱਕਦਾ ਨਹੀਂ। ਫਿਰ ਅਸੀਂ ਇੱਕ ਹੋਰ ਤਰ੍ਹਾਂ ਦੀ ਭੁੱਖ ਵਿੱਚ ਆ ਜਾਂਦੇ ਹਾਂ, ਹਉਮੈ ਦੀ ਭੁੱਖ, ਦੁਨੀਆ ਨੂੰ ਇਹ ਦੱਸਣ ਦੀ ਭੁੱਖ ਕਿ ਦੇਖੋ ਮੈਂ ਕਿੰਨਾ ਕਮਾ ਲਿਆ, ਕਿੰਨਾ ਪ੍ਰਾਪਤ ਕਰ ਲਿਆ, ਮੇਰੇ ਕੋਲ ਕੀ ਕੁਝ। ਹੁਣ ਮਹਾਰਾਜ ਕਹਿੰਦੇ ਨਵੀਆਂ ਭੁੱਖਾਂ ਫਿਰ ਪੈਦਾ ਹੁੰਦੀਆਂ, ਕਦੀ ਮਨੁੱਖ ਤ੍ਰਿਪਤ ਨਹੀਂ ਹੋ ਸਕਦਾ, ਕਦੀ ਮਨੁੱਖ ਟਿਕਾਓ ਵਿੱਚ ਨਹੀਂ ਆ ਸਕਦਾ, ਬੇਚੈਨ ਹੁੰਦਾ ਜਾਵੇਗਾ। ਮਹਾਰਾਜ ਕਹਿੰਦੇ ਮੈਂ ਇਹ ਜੀਵਨ ਦੇ ਸੱਚ ਨੂੰ ਦੇਖ ਚੁੱਕਿਆ, ਇਸ ਸੰਸਾਰ ਦੇ ਵਿੱਚ ਤੁਹਾਡੇ ਤੋਂ ਆਉਣ ਵਾਲੇ, ਪਹਿਲਾਂ ਆਉਣ ਵਾਲੇ ਵਿਅਕਤੀਆਂ ਦੇ ਜੀਵਨ ਵਿੱਚ। ਤੁਸੀਂ ਆਪਣੇ ਜੀਵਨ ਨੂੰ ਇਸ ਤਰ੍ਹਾਂ ਅਜਾਈ ਨਾ ਗਵਾ ਲਿਓ, ਜਾਗੋ, ਸੁਚੇਤ ਹੋਵੋ, ਅਵੇਸਲਾਪਣ ਛੱਡੋ, ਲਾਪਰਵਾਹੀ ਛੱਡੋ। ਹੁਣ ਜਦੋਂ ਇਹ ਗੱਲ ਮਹਾਰਾਜ ਸਾਨੂੰ ਸਮਝਾਉਂਦੇ ਹੈ ਤਾਂ ਦਾਤਾਰ ਪਾਤਸ਼ਾਹ ਕਹਿੰਦੇ ਮੈਂ ਤੁਹਾਡਾ ਧਿਆਨ ਨੀਂਦ ਵੱਲ ਦਿਵਾਉਣਾ ਹੈ, ਤੁਹਾਡੇ ਸੁੱਤੇਪਣ ਵੱਲ ਦਿਵਾਉਣਾ ਹੈ, ਤਾਂ ਹੀ ਅਗਲੀ ਗੱਲ ਚੱਲਣੀ ਹੈ। ਜਾਗ ਦੀ ਗੱਲ ਉਦੋਂ ਹੀ ਆਉਣੀ ਹੈ, ਸੁਚੇਤਤਾ ਦੀ ਗੱਲ ਉਦੋਂ ਹੀ ਆਉਣੀ ਹੈ ਜਦੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਸੀਂ ਸੁੱਤੇ ਹੋਏ ਹਾਂ। ਹੁਣ ਮਹਾਰਾਜ ਨੇ ਸਾਡਾ ਧਿਆਨ ਇਸ ਪਾਸੇ ਵੱਲ ਦਿਵਾਉਂਦੇ ਹਾਂ। ਪਹਿਲੀ ਗੱਲ ਸਾਨੂੰ ਇਹ ਸਮਝਾਈ ਕਿ ਸੌਣ ਦੀ ਗੱਲ ਜਦੋਂ ਮੈਂ ਤੁਹਾਡੇ ਨਾਲ ਕਰਦਾ, ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਸਰੀਰ ਨੂੰ, ਆਪਣਾ ਜੀਵਨ ਨੂੰ ਅਸੀਂ 2 ਪੱਖਾਂ ਤੋਂ ਜਿਉਂਦੇ ਹਾਂ, ਇੱਕ ਸਰੀਰ ਦੇ ਪੱਖ ਤੋਂ, ਇੱਕ ਰੂਹ ਦੇ ਪੱਖ ਤੋਂ। ਸਰੀਰ ਦੇ ਪੱਖ ਤੋਂ ਜਿਉਂਦੇ ਹਾਂ, ਸਰੀਰ ਵਿਗਿਆਨੀਆਂ ਨੇ ਸਾਨੂੰ ਇਹ ਦੱਸਿਆ ਕਿ ਆਮ ਹਾਲਤਾਂ ਵਿੱਚ ਮਨੁੱਖ ਸਰੀਰ ਦੇ ਪੱਧਰ ਤੇ ਔਸਤਨ 25-30 ਸਾਲ ਸੁੱਤਿਆਂ ਗੁਜ਼ਾਰ ਦਿੰਦਾ ਹੈ। ਸਾਡਾ ਸਰੀਰ ਇਸ ਸੰਸਾਰ ਦੇ ਵਿੱਚ ਬਚਪਨੇ ਤੋਂ ਲੈ ਕੇ, ਜਨਮ ਤੋਂ ਲੈ ਕੇ ਮਰਨ ਤੱਕ, ਜੇ ਔਸਤਨ ਉਮਰ 60-70 ਸਾਲ ਦੀ ਅਸੀਂ 80 ਸਾਲ ਦੀ ਗਿਣ ਲਈਏ ਤੇ ਇਹਦੇ ਵਿੱਚੋਂ ਅਸੀਂ ਤਕਰੀਬਨ ਸਰੀਰਕ ਤੌਰ ਤੇ 25-30 ਸਾਲ ਜਾਂ ਥੋੜੇ ਬਹੁਤ ਘੱਟ ਵੱਧ ਗੁਜ਼ਾਰ ਦਿੰਦੇ ਹਾਂ ਸਰੀਰਕ ਨੀਂਦ ਦੇ ਵਿੱਚ।
ਤੇ ਬਾਕੀ ਅਸੀਂ ਦੁਨੀਆ ਦੇ ਕੰਮ ਧੰਦਿਆਂ ਵਿੱਚ ਗੁਜ਼ਾਰ ਦਿੰਨੇ ਆ, ਸਰੀਰਕ ਲੋੜਾਂ ਦੀ ਪੂਰਤੀ ਵਿੱਚ ਗੁਜ਼ਾਰ ਦਿੰਨੇ ਆ। ਪਰ ਮਹਾਰਾਜ ਕਹਿੰਦੇ ਇਹ ਸਰੀਰ ਦੀ ਨੀਂਦ ਦੀ ਗੱਲ ਤੇ ਸਮਝ ਵਿੱਚ ਆਉਂਦੀ ਹੈ ਭਈ 25-30 ਸਾਲ ਔਸਤਨ ਅਸੀਂ ਜੂ ਲਏ, ਪਰ ਇੱਕ ਨੀਂਦ ਜਿਹੜੀ ਹੈ ਉਹ ਤੁਹਾਡੇ ਮਨ ਦੇ ਪੱਧਰ ਦੀ ਨੀਂਦ ਹੈ ਜਿਹਦਾ ਤੁਹਾਨੂੰ ਪਤਾ ਨਹੀਂ ਲੱਗਦਾ, ਔਰ ਉਹ ਨੀਂਦ ਮਹਾਰਾਜ ਕਹਿੰਦੇ ਗਿਣਤੀ ਮਿਣਤੀ ਵਿੱਚ ਨਹੀਂ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਵਿੱਚ ਮਹਾਰਾਜ ਕਹਿੰਦੇ ਉਹ ਨੀਂਦ ਕਦੀ ਜਾਗ ਵਿੱਚ ਬਦਲਦੀ ਨਹੀਂ। ਬਾਣੀ ਦੇ ਵਿੱਚ ਸਾਹਿਬ ਜੀ ਨੇ ਇਹ ਫੈਸਲੇ ਸੁਣਾਏ ਨੇ, ਇਹ ਸੱਚ ਸਾਡੇ ਸਾਹਮਣੇ ਰੱਖਿਆ ਹੈ। ਦਾਤਾਰ ਜੀ ਕਹਿੰਦੇ ਕਦੀ ਤੇ ਧਿਆਨ ਦਿਓ ਆਪਣੀ ਜ਼ਿੰਦਗੀ ਵੱਲ, ਕਦੀ ਤੇ ਆਪਣੇ ਅੰਦਰ ਝਾਤ ਮਾਰ ਕੇ ਇਹ ਦੇਖੋ, ਪੁੱਛੋ ਕਿ ਮੈਂ ਆਪਣੇ ਜੀਵਨ ਵਿੱਚ ਬੇਧਿਆਨਾ ਹੋ ਕੇ, ਲਾਪਰਵਾਹ ਹੋ ਕੇ, ਬੇਸੰਜਮਾ ਹੋ ਕੇ, ਅਵੇਸਲਾ ਹੋ ਕੇ ਕਿੰਨਾ ਸਮਾਂ ਜ਼ਿੰਦਗੀ ਦਾ ਗੁਜ਼ਾਰ ਰਹੇ ਹਾਂ। ਘੱਟੋ ਘੱਟ ਅਸੀਂ ਦਿਨ ਵੇਲੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਜਾਗਦੇ ਪਏ ਹਾਂ, ਸੁੱਤੇ ਨਹੀਂ ਪਏ, ਉਸ ਵੇਲੇ ਤੁਸੀਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਦੇਖੋ ਕਿ ਅਸੀਂ ਆਪਣੇ ਭਲੇ ਬੁਰੇ ਦੀ ਪਛਾਣ ਕਰਨ ਤੋਂ ਬਿਨਾਂ ਜਿਉ ਰਹੇ ਹਾਂ, ਯੋਗ ਅਯੋਗ ਦੀ ਪਛਾਣ ਕਰਨ ਤੋਂ ਬਿਨਾਂ ਜਿਉ ਰਹੇ ਹਾਂ। ਕਿਹੜੀ ਗੱਲ ਮੇਰੇ ਵਾਸਤੇ ਯੋਗ ਹੈ, ਭਲੀ ਹੈ, ਖੁਸ਼ੀ ਦੇਣ ਵਾਲੀ ਹੈ, ਆਨੰਦ ਦੇਣ ਵਾਲੀ ਹੈ, ਇਸ ਗੱਲ ਦੀ ਵਿਚਾਰ ਕਰਦੇ ਹਾਂ ਸਮਾਂ ਗੁਜ਼ਾਰ ਰਹੇ ਹੋ ਕਿ ਲਾਪਰਵਾਹੀ ਦੇ ਵਿੱਚ ਹੋਣ ਦਿਓ ਜੋ ਕੁਝ ਹੁੰਦਾ ਹੈ। ਸਾਰਾ ਸੰਸਾਰ ਕਰੀ ਜਾ ਰਿਹਾ, ਜੇ ਮੈਂ ਕਰ ਲਿਆ ਤਾਂ ਕੀ ਫਰਕ। ਕਦੀ ਕਾਮ ਦੀ ਨੀਂਦ, ਕਦੀ ਕ੍ਰੋਧ ਦੀ ਨੀਂਦ, ਕਦੀ ਲੋਭ ਮੋਹ ਹੰਕਾਰ ਦੀ ਨੀਂਦ, ਇਹ ਬੇਸੰਜਮੇਪਣ ਨੂੰ, ਲਾਪਰਵਾਹੀ ਨੂੰ, ਬੇਧਿਆਨੇਪਣ ਨੂੰ ਮਹਾਰਾਜ ਨੇ ਨੀਂਦ ਆਖਿਆ ਹੈ। ਯਾਦ ਰੱਖੀਏ ਇਸ ਗੱਲ ਨੂੰ ਕਿ ਜਦੋਂ ਮਹਾਰਾਜ ਮਨ ਦੀ ਨੀਂਦ ਵੱਲ ਇਸ਼ਾਰਾ ਕਰਦੇ ਨੇ ਤੇ ਉਹ ਨੀਂਦ ਦਾ ਮਤਲਬ ਮਹਾਰਾਜ ਦਾ ਇਹ ਹੈ ਕਿ ਵਿਕਾਰੀ ਬਿਰਤੀਆਂ ਜਦੋਂ ਸਾਡੇ ਤੇ ਹਾਵੀ ਹੋ ਕੇ ਸਾਡੇ ਕੋਲੋਂ ਉਹ ਕੁਝ ਕਰਵਾਉਂਦੀਆਂ ਨੇ ਜਿਹੜੀਆਂ ਮਨੁੱਖ ਦੇ ਤੌਰ ਤੇ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਜੋ ਕੁਝ ਕਰਨਾ ਚਾਹੀਦਾ ਹੈ ਉਸ ਪਾਸੇ ਵੱਲ ਸਾਡਾ ਧਿਆਨ ਨਹੀਂ ਜਾਂਦਾ, ਤਾਂ ਮਹਾਰਾਜ ਨੇ ਇਸ ਨੂੰ ਨੀਂਦ ਆਖਿਆ ਹੈ। ਔਰ ਗੁਰਦੇਵ ਕਹਿੰਦੇ ਇਹ ਸਿਰਫ ਤੁਸੀਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ, ਕੰਮਕਾਜ ਕਰਦਿਆਂ, ਦੁਨੀਆ ਨਾਲ ਸੰਬੰਧ ਬਣਾਉਂਦਿਆਂ ਹੀ ਸੁੱਤੇ ਨਹੀਂ ਹੁੰਦੇ। ਇਸ ਨੀਂਦ ਤੋਂ ਜਾਗਣ ਵਾਸਤੇ ਜੇ ਕੁਝ ਸਿੱਖਿਆ ਲੈਣੀ ਹੈ ਤੇ ਜੇ ਉੱਥੇ ਆ ਕੇ ਵੀ ਗੁਰੂ ਦਰਬਾਰ ਵਿੱਚ ਵੀ ਸਤਿਪੁਰਸ਼ਾਂ ਕੋਲ ਜਾ ਕੇ ਵੀ ਜੇ ਇਸ ਨੀਂਦ ਵੱਲ ਤੁਹਾਡਾ ਧਿਆਨ ਨਹੀਂ ਗਿਆ ਨਾ, ਜੇ ਇੱਥੇ ਆ ਕੇ ਵੀ ਅਸੀਂ ਬੇਧਿਆਨੇ ਰਹੇ, ਇੱਥੇ ਆ ਕੇ ਵੀ ਜੇ ਅਸੀਂ ਅਵੇਸਲੇ ਰਹੇ, ਇੱਥੇ ਆ ਕੇ ਵੀ ਸਾਡਾ ਧਿਆਨ ਉਸ ਉਪਦੇਸ਼ ਵੱਲ ਨਹੀਂ ਗਿਆ, ਉਸ ਸਿੱਖਿਆ ਵੱਲ ਨਹੀਂ ਗਿਆ ਜਿਹੜੀ ਸਿੱਖਿਆ ਨੇ ਸਾਨੂੰ ਇਸ ਮਨ ਦੀ ਨੀਂਦ ਤੋਂ ਸੁਚੇਤ ਕਰਨਾ ਹੈ, ਤਾਂ ਮਹਾਰਾਜ ਕਹਿੰਦੇ ਫਿਰ ਉਹ ਨੀਂਦ ਤਾਂ ਇੱਥੇ ਆ ਕੇ ਵੀ ਜੇ ਬਣੀ ਹੋਈ ਹੈ, ਸ਼ਬਦ ਨਾਲ ਸੁਰਤੀ ਨਹੀਂ ਜੁੜੀ, ਉਪਦੇਸ਼ ਦੇ ਨਾਲ ਜੇ ਸਾਡਾ ਮਨ ਨਹੀਂ ਜੁੜਿਆ, ਸ਼ਰਧਾ ਨਾਲ, ਭਰੋਸੇ ਨਾਲ, ਪਿਆਰ ਨਾਲ, ਸੇਵਕ ਬਣ ਕੇ, ਤਾਂ ਗੁਰੂਦੇਵ ਕਹਿੰਦੇ ਯਾਦ ਰੱਖਿਓ ਫਿਰ ਇਹ ਨੀਂਦ ਭਾਵੇਂ ਦੁਨੀਆ ਵਿੱਚ ਵਿਚਰਦੇ ਹੋ ਕਿ ਭਾਵੇਂ ਇੱਥੇ ਵਿਚਰਦੇ ਹੋ, ਇਸ ਨੀਂਦ ਨੇ ਤੁਹਾਨੂੰ ਖੁਆਰ ਕਰਨਾ ਹੈ। ਔਰ ਮੈਂ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਵਿੱਚ ਮੇਰੀ ਭਾਵਨਾ ਨੂੰ ਧਿਆਨ 'ਚ ਰੱਖਣਾ। ਕਈ ਵਾਰੀ ਬਹੁਤ ਉਦਾਸ ਪੀੜਤ ਮਨ ਨਾਲ ਕੁਝ ਗੱਲਾਂ ਕਰਨੀਆਂ ਹੁੰਦੀਆਂ ਨੇ, ਔਰ ਮੈਂ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਬੈਠ ਕੇ ਆਪ ਜੀ ਨਾਲ ਇਹ ਬਚਨ ਕਰ ਰਹੇ ਹਾਂ। ਅਸੀਂ ਗੁਰੂ ਕੇ ਕਹਾਉਣ ਵਾਲੇ ਇਸ ਮਨ ਦੀ ਨੀਂਦ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਾਂ। ਦੁਨੀਆ ਦੇ ਲੋਕਾਂ ਦੀ ਗੁਰੂ ਨਾਲੋਂ, ਧਰਮ ਨਾਲੋਂ, ਸਿਮਰਨ ਨਾਲੋਂ ਟੁੱਟਿਆਂ ਦੀ ਗੱਲ ਅਸੀਂ ਪਾਸੇ ਕਰੀਏ, ਅਸੀਂ ਆਪਣੀ ਗੱਲ ਕਰੀਏ ਜਿਹੜੇ ਗੁਰੂ ਕੇ ਕਹਾਉਣ ਵਾਲੇ ਆ, ਤਾਂ ਮੈਨੂੰ ਖਿਮਾ ਕਰ ਦੇਣਾ, ਅੱਜ ਸਾਡੇ ਵਿੱਚੋਂ ਵੀ ਕੋਈ ਦਾਤੂ ਪੈਦਾ ਹੋ ਰਿਹਾ, ਕੋਈ ਪ੍ਰਿਥੀ ਚੰਦ ਪੈਦਾ ਹੋ ਰਿਹਾ ਹੈ, ਕੋਈ ਧੀਰਮਲ ਸਾਡੇ ਵਿੱਚੋਂ ਪੈਦਾ ਹੋ ਰਿਹਾ ਹੈ। ਗੁਰੂ ਦਰਬਾਰ ਵਿੱਚ ਆ ਕੇ ਵੀ, ਗੁਰੂ ਕੇ ਸਿੱਖ ਸੇਵਕ ਕਹਾ ਕੇ ਵੀ ਸਾਨੂੰ ਗੁਰੂ ਦੇ ਸ਼ਬਦ ਨਾਲ ਜੁੜਨਾ ਨਹੀਂ ਆ ਰਿਹਾ। ਅੱਜ ਜੋ ਕੁਝ ਸਮਝਾ ਰਹੇ ਨੇ ਨਾ ਸਤਿਗੁਰੂ, ਅਸੀਂ ਨਹੀਂ ਸਮਝਣ ਦਾ ਯਤਨ ਕਰ ਰਹੇ। ਅੱਜ ਇਸ ਮਨ ਦੀ ਨੀਂਦ ਨੇ ਸਾਡੇ ਅੰਦਰੋਂ ਜਿਹੜਾ ਇੱਕ ਸਭ ਤੋਂ ਪਹਿਲਾ ਨਿਯਮ ਚਾਹੀਦਾ ਸੀ, ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦੇ ਭਰੋਸੇ ਵਿੱਚ, ਗੁਰੂ ਦੀ ਸ਼ਰਧਾ ਵਿੱਚ,
गुरु दे सामने निमाणे हो के, निताणे हो के, डिग के, झोलियां अड के अपने मन नूं समर्पित करन, अपने समझ नूं समर्पित करन दी जिहड़ी अवस्था बनाउणी सी, वो अवस्था तो असीं सकणे आ। यही कारण है कि गुरु दरबार दे विच गुरु पुत्र हुंदियां भी दातू नूं समझ नहीं सी आई कि जिस गुरु अमरदास साहब जी दे सामने मेरे पिता जी ने भी नमस्कार कीती है, मेरे पिता जी ने भी मत्था टेकिया है, उस गुरु अमरदास साहब पातशाह दे अंदर दी ज्ञानमयी ब्रह्मवेता अवस्था दा भेद की है। इस गुरु अमरदास नूं जिसनूं मत्था टेक के सच्चे पातशाह ने निमाणियां दे मान, निताणियां दे ताण, निआसरियां दे आसरे, निउटियां दी ओट आखिया, इस गुरु अमरदास साहब दी महिमा की है। गुरु दरबार विच जुड़े बैठे ने सारे जाने, झुक के बैठे ने, गुरु अमरदास साहब पातशाह दे प्रति शरधा नाल बैठे है, पर दातू आउंदा ते आके भरे दरबार विच धन गुरु अमरदास साहब नूं लत्त मार दिंदा। अज लोड़ इस गल नूं समझण दी है कि दातू ने लत्त मारी क्यों? उन्होंने मन करके जागना नहीं आया, उन्होंने मन करके सुरती करके गुरु दे उत्ते भरोसा नहीं बचिया। गुरु दा अदब सत्कार किवें करना सिख सेवक दे तौर ते उन्हें अपने पिता कोलों भी नहीं समझिया। नतीजा कला कलेश, नतीजा क्रोध नाल भरिया होया भांडा, दातू दा शरीर रूपी भांडा, मन रूपी विचार शक्ति हंकार नाल भरी, ईरखा नाल भरी, उन्होंने गुरु दी लोड़ नहीं, गुरु दे दरबार दी मानता दी, पूजा मानता दी, धन पदार्थां दी लोड़ महसूस हुई। भाई ये क्यों इत्थे, मैं क्यों नहीं आ? कोई प्रीति चंद पैदा हो जाता है जदों गुरु दा सिख सेवक बनन दी जाच नहीं आउंदी, मन दी नींद नहीं टुटदी, गुरु दे शब्द दे उत्ते भरोसा नहीं बजदा, गुरु दे अदब शब्द दा अदब सत्कार नहीं बनदा, ते गुरु दुखी ही बन जाता। गुरु दे प्रति इन्ना बेअदब हो जाता है कि गुरु बार बार समझाउंदे ने, बेटा ना करो इस तरह दी। ये जिहड़ी तुहाडी मनोबिरती है ना, इस मनोबिरती ने कुछ नहीं तुहाडा सवारना। तुसीं अपना भी बिगाड़ोगे ते दूजियां नूं भी उदास निराश करोगे, परेशान करोगे। अज गुरु प्यारिओ, गुरु खालसा पंथ विच निराशा की भावना है, उदास ने गुरु के सिख। ये की हो रहा है गुरु के घरां विच? गुरु ग्रंथ साहब नूं लोक परलोक दा सुखदाता कहण वाले सिख अज गुरु दे अदब नूं भुल गए, अज गुरु दे सत्कार नूं भुल गए। जिस शब्द ने लोक परलोक सवारना सी, आखदे ने गुरुदेव बाणी दे विच, गुर साखी अंतर जागी तां चंचल मत त्यागी, गुर साखी का उजियारा तां मिटिया सगल अंधारा। जदों गुरु दी साखी, गुरु दी सिक्ख्या, गुरु दा उपदेश अंदर नूं जगाउण दे लई समर्थ बन गया, जदों गुरु दे शब्द नाल सुरत जुड़ गई, अंदरला जाग पिया, विचार शक्ति जाग पई, मन जाग पिया, रूह जाग पई, तां नतीजा की निकलिया? तां चंचल मत त्यागी। ये चंचल मत त्यागी दा मतलब की है? त्याग दिती गई चंचल मत, ते चंचल मत है की है? जिहदे उत्ते काम हावी है। जदों काम प्रभावी हुंदा है तां इत्थे बैठियां दे शरीर भी जिहड़े ने वो गुरसिखां दे शरीर नहीं लगदे। ये किसी इस्त्री दा शरीर लग्गिया, किसी पुरुष दा शरीर लग्गिया, किसी बेगाने दा शरीर लग्गिया, किसी वखरे धड़े वाले दा शरीर लग्गिया, गुरसिख दा शरीर नहीं लग्गिया। इस करके शरीरां दे पद्धर ते कला कलेश पा लिया। शरीरां दे पद्धर ते अपने ही सिख भरा नूं बेअदब करने वाले पासे, तिरस्कारित करने वाले पासे, अपमानित करने वाले पासे तुर पे। हंकार हावी हो गया, क्रोध हावी हो गया, इन्ना कि यह भी भुल गया कि मैं जिस गुरु दे सामने नतमस्तक हो के अपना लोक परलोक दा सुख मंगण आया सी, घट्टो घट उस गुरु दे अदब नूं ते ध्यान विच रख लवां। गुरु दे शब्द नूं पढ़दियां मैं आखदा, गुरु दे बचना राही गुरसिखां की हर धूड़ दे, हम पापी भी गत पाहें
उस गुरसिख के चरणों की धूड़ मंगदियां उन्हां गुरसिखां दे शरीरां ते गुरु की सजाइयां हुई दस्तारां नूं रोलना, अपमानित करना, कबोल बोलना, ये गुरु ने नहीं सी सिखाया। ये गुरु का उपदेश नहीं सी। गुर साखी अंतर जागी तां चंचल मत त्यागी। ते जे चंचल मत त्यागी नहीं गई, क्रोध हंकार वाली ईर्खा वाली मत त्यागी नहीं गई, वखरेवे होने होर गल ने पाई। विचारां दा वखरेवा होना एक परिवार दे विच भी बड़ा सहज सुभाव है, पर वखरेवे हंकार क्रोध विच ईर्खा विच बदल के दुनिया लई कला कलेश ते तमाशा बन जाण, एक दूजे नूं अपमानित करन वाले पासे तुर पैण, तां फिर ये ते दातू दी बिरती है भाई, ये ते प्रिथी चंद दी बिरती है, ते राम राय दी बिरती है, गुरु नूं नहीं पाउंदी। इस बिरती दे राही बख्शिश आनंद लभीए, असीं सुख लभीए, वडभागी होण दा असीं गुरु कोलों फल मंगीए, ये संभव नहीं। लोड़ा दाख बिजौरियां किकर बीजा जट पहंदे। वाहिगुरू मैनू खिमा कर देना। इन्हां बिरतियां नाल नहीं बख्शिश आउणी। अज जो महाराज सानू समझा रहे ने वो उस विसमादी आनंद दा, गुरमुखताई वाली अवस्था दा जिक्र है। मन बिरतियां नूं गुरु चरनां विच निमाणे बना के, निताणे बना के, सच्ची मुच्ची अंदर दी शरधा नाल गुरु दे चरनां नाल जोड़न दा यतन करिए, क्योंकि दातार पातशाह ने गुरु नाल, गुरु दे चरनां नाल अदब सत्कार नाल जुड़न दी अज गल कीती है। दातार जी कहंदे उस तों घट नाल नहीं सरना भलिओ तुहाडा। मन दे उत्ते भरोसा करके, मत दे उत्ते मान करके जे इत्थे आओगे ते फिर गुरु दी मत झोली पवाउण दी नाल नाल तुसीं चर्चा करोगे, नहीं गल बनेगी, खड़ोत नहीं टुटनी। दातार पातशाह धन गुरु अर्जन देव महाराज फरमान करदे, एक ओंकार सतगुर प्रसाद। वाहिगुरू जी मेरे गुरु ने मैनू दसिया तुहाडी हस्ती सर्व कला समर्थ इको हस्ती है, जिसका कोई शरीक नहीं, जिसके बराबर कोई समर्थ नहीं। तुसी मेरे करता पुरख, मेरे रचनहार, मेरे प्रतिपालक, निरभौ निर्वैर हो। तुसी अपने आप तो आप ही अपने आप नूं साज के फिर सानू साज के सानू अपनियां दर करदियां दातां नाल निवाजण वाले पातशाह, मैनू मेरे गुरु ने समझाया तुसी गुरु दे अंदर विराजमान हो के, प्रकाशमान हो के गुरु की कृपा राही प्राप्त होने हो, मिलते हो। मेरे ते कृपा करो, मैं तुहाडा मंगल गाउना, मैं तुहाडी उस्तत करदा। इस भावना नाल ये प्रसाद मेरी झोली पै जावे। अगे बचन करदी दातार पातशाह, माई संत संग जागी। मां नूं संबोधन करके इस्त्रीवत धन गुरु अर्जन देव पातशाह साडे सामने अवस्था बयान करते हैं। ये अवस्था गुरु अर्जन देव पातशाह नूं प्राप्त हो चुकी है। महाराज कहते तुहानूं सारियां नूं प्राप्त हो सकती है, पर मेरे पिछे पिछे जिवें मैं उंगली पकड़ के अपने सतगुरु दी गुरु नूं समर्पित हो के गुरु दे उपदेश दे विच सुचेत हो के तुरिया, ते ये गुरु दा उपदेश मेरे अंदर दृढ़ होया, ते मेरे अंदर दा अज्ञानता वाला हनेरा दूर होया। मेरी नींद टुटी है विकारी बिरतियां वाली, तुहाडी भी टुट सकती है। तुसीं भी मन करके, मत करके, रूह करके जाग सकते हो। ते तुहाडी ये जाग तुहाडे अंदर ज्ञान दा ऐसा प्रकाश कर सकती है, जिहदे विच तुसीं अपने जीवन दे बुरे भले दा निर्णय करन दे समर्थ हो सको। महाराज कहंदे मैं इस बख्शिश भरी अवस्था तक पहुंचे हाँ, पर किवें पहुंचे हाँ? माई संत संग जागी। हे मेरी मां, मैं तुहानूं दसना चाहुंदा कि मैनू बख्शिश हुई है कि मैं जाग पिया। हुण जाग पिया दा जदों महाराज जिक्र करते हैं तो इस शरीर का जागना नहीं है,
ਇਹ ਮਨ ਦਾ ਜਾਗਣਾ, ਮਤ ਦਾ ਜਾਗਣਾ ਹੈ, ਵਿਚਾਰ ਸ਼ਕਤੀ ਦਾ ਜਾਗਣਾ ਹੈ। ਸਰੀਰ ਕਰਕੇ ਤਾਂ ਮੈਂ ਫਿਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਰਾਤ ਨੂੰ ਆਰਾਮ ਕਰਦੇ ਸੀ। ਗੁਰੂਦੇਵ ਦੇ ਸਰੀਰ ਨੂੰ ਵੀ ਨੀਂਦ ਆਉਂਦੀ ਸੀ ਤੇ ਮਹਾਰਾਜ ਆਰਾਮ ਕਰਦੇ ਸੀ। ਸਰੀਰ ਨੂੰ ਆਰਾਮ ਦੀ ਲੋੜ ਹੈ। ਸਰੀਰ ਨੇ ਤਰੋ ਤਾਜ਼ਾ ਹੋ ਕੇ ਨੀਂਦ ਦੇ ਰਾਹੀਂ ਦੁਬਾਰਾ ਕੰਮ ਕਰਨ ਦੇ ਸਮਰੱਥ ਹੋਣਾ ਹੈ, ਜ਼ਿੰਮੇਵਾਰੀਆਂ ਨਿਭਾਉਣ ਦੇ, ਸੰਸਾਰ ਵਿੱਚ ਵਿਚਰਨ ਦੇ ਸਮਰੱਥ ਹੋਣਾ ਹੈ। ਇਹਨੂੰ ਨੀਂਦ ਦੀ ਲੋੜ ਹੈ, ਸਰੀਰਕ ਆਰਾਮ ਚਾਹੀਦਾ। ਪਰ ਜਿਸ ਜਾਗ ਦੀ ਮਹਾਰਾਜ ਗੱਲ ਕਰ ਰਹੇ ਨੇ, ਨੀਂਦ ਟੁੱਟਣ ਦੀ ਗੱਲ ਕਰ ਰਹੇ ਨੇ, ਮਹਾਰਾਜ ਕਹਿੰਦੇ ਉਹ ਜਦੋਂ ਨੀਂਦ ਟੁੱਟਦੀ ਹੈ ਨਾ, ਤੇ ਸਰੀਰ ਭਾਵੇਂ ਸੁੱਤਾ ਵੀ ਹੋਵੇ ਤਾਂ ਵੀ ਉਸ ਦੇ ਅੰਦਰ ਜੋ ਅਵਸਥਾ ਚੱਲਦੀ ਹੁੰਦੀ ਹੈ, ਉਹ ਅਵਸਥਾ ਹੈ ਜਿਹਦਾ ਕਬੀਰ ਜੀ ਜ਼ਿਕਰ ਕਰਦੇ ਨੇ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਸੁਪਨੇ ਵੀ ਆਉਂਦੇ ਨੇ ਤੇ ਵਾਹਿਗੁਰੂ ਜੀ ਦੀ ਪਿਆਰ ਯਾਦ ਦੇ ਸੁਪਨੇ ਆਉਂਦੇ ਹੈ। ਸਰੀਰ ਆਰਾਮ ਕਰ ਰਿਹਾ ਭਾਵੇਂ, ਪਰ ਅਚੇਤ ਮਨ ਦੇ ਵਿੱਚ ਜਦੋਂ ਸੁਪਨੇ ਆਉਂਦੇ ਨੇ ਤਾਂ ਉਹਨਾਂ ਵਿਚਾਰਾਂ ਦੇ ਸੁਪਨੇ ਆਉਂਦੇ ਹੈ ਜਿਹੜੇ ਜਦੋਂ ਸਰੀਰ ਜਾਗਿਆ ਹੋਇਆ ਸੀ। ਤੇ ਇਸ ਜਾਗੇ ਹੋਏ ਸਰੀਰ ਨਾਲ, ਸਰੀਰ ਨੂੰ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਲਿਆਂਦਾ ਸੀ, ਇੱਥੇ ਆ ਕੇ ਬਾਣੀ ਪੜ੍ਹੀ ਸੀ, ਸੁਣੀ ਸੀ, ਗਾਵੀ ਸੀ, ਵਿਚਾਰੀ ਸੀ, ਤੇ ਫਿਰ ਉਸ ਬਾਣੀ ਦੀ ਕਮਾਈ ਲਈ ਗੁਰਸਿੱਖਾਂ ਦੇ ਨਾਲ ਮਿਲ ਬੈਠ ਕੇ ਸੰਗਤ ਕੀਤੀ ਸੀ। ਕਰਮ ਉਸ ਤਰ੍ਹਾਂ ਕੀਤੇ ਸੀਗੇ ਜ਼ਿੰਦਗੀ ਦੇ ਵਿੱਚ, ਵਰਤੋਂ ਵਿਹਾਰ ਸੰਸਾਰ ਨਾਲ ਉਸ ਤਰ੍ਹਾਂ ਦਾ ਕੀਤਾ ਸੀ ਜਿਸ ਤਰ੍ਹਾਂ ਦਾ ਗੁਰੂ ਦੇ ਉਪਦੇਸ਼ ਰਾਹੀਂ ਕਰਨਾ ਸਿਖਾਇਆ ਗਿਆ ਸੀ। ਤਾਂ ਫਿਰ ਰਾਤ ਵੀ ਜਿਹੜੀ ਗੁਜ਼ਰਦੀ ਹੈ ਨਾ ਸਰੀਰਕ ਆਰਾਮ ਦੀ, ਉਹ ਭੈੜੇ ਭੈੜੇ ਸੁਪਨਿਆਂ 'ਚ ਨਹੀਂ ਗੁਜ਼ਰਦੀ। ਉਸ ਨੀਂਦ ਨੂੰ ਲਿਆਉਣ ਵਾਸਤੇ ਫਿਰ ਨਸ਼ਿਆਂ ਦੀ ਲੋੜ ਨਹੀਂ ਪੈਂਦੀ, ਟ੍ਰੈਂਕੁਲਾਈਜ਼ਰ ਦੀ ਲੋੜ ਨਹੀਂ ਪੈਂਦੀ। ਤੇ ਉਸ ਨੀਂਦ ਦੇ ਵਿੱਚ ਮਹਾਰਾਜ ਕਹਿੰਦੇ ਸੁਪਨੇ ਵੀ ਆਉਂਦੇ ਆ ਨਾ, ਤਾਂ ਸਤ ਸੰਗੀਆਂ ਦੇ ਸੁਪਨੇ ਆਉਂਦੇ, ਗੁਰੂ ਦੇ ਉਪਦੇਸ਼ ਦੇ ਸੁਪਨੇ ਆਉਂਦੇ, ਵਾਹਿਗੁਰੂ ਦੇ ਸਿਮਰਨ ਦੇ ਸੁਪਨੇ ਆਉਂਦੇ ਨੇ। ਤੇ ਮਹਾਰਾਜ ਕਹਿੰਦੇ ਉਹ ਸੁਪਨਿਆਂ ਦਾ ਆਉਣਾ ਹੀ ਪ੍ਰਮਾਣ ਹੈ ਇਸ ਗੱਲ ਦਾ ਕਿ ਸਾਨੂੰ ਰੂਹ ਕਰਕੇ ਜਾਗਣਾ ਆ ਗਿਆ ਹੈ, ਮਨ ਕਰਕੇ ਜਾਗਣਾ ਆ ਗਿਆ ਹੈ, ਵਿਚਾਰ ਕਰਕੇ ਜਾਗਣਾ ਆ ਗਿਆ ਹੈ। ਸਾਹਿਬ ਜੀ ਕਹਿੰਦੇ ਇਹ ਜਾਗਣਾ ਆਉਂਦਾ ਕਿਵੇਂ ਹੈ? ਜਦੋਂ ਕੋਈ ਗੁਰੂ ਦੇ ਨਾਲ ਸੁਚੇਤ ਹੋ ਕੇ ਜੁੜਨਾ ਸਿੱਖ ਲੈਂਦਾ ਹੈ। ਇਹੀ ਗੱਲ ਗੁਰੂਦੇਵ ਸਾਹਿਬ ਜੀ ਸਾਨੂੰ ਬਾਰ-ਬਾਰ ਬਾਣੀ ਸਮਝਾ ਰਹੇ ਨੇ। ਉਹ ਗੁਰੂ ਦਰ ਤੇ ਆਉਣ ਵਾਲਿਆ, ਦੁਨੀਆ ਵੀ ਭੀੜ ਦੇ ਵਿੱਚ ਅਵੇਸਲੇ ਹੋ ਕੇ, ਬੇਧਿਆਨੇ ਹੋ ਕੇ, ਵਿਕਾਰੀ ਬਿਰਤੀਆਂ ਦੇ ਪ੍ਰਭਾਵ ਥੱਲੇ ਸੁੱਤੀ ਸੁੱਤੀ ਵਿਚਰ ਰਹੀ ਹੈ ਇਸ ਸੰਸਾਰ ਅੰਦਰ। ਨਹੀਂ ਉਹਨੂੰ ਪਤਾ ਲੱਗ ਰਿਹਾ ਮੇਰੇ ਲਈ ਪਾਪ ਕੀ ਹੈ, ਪੁੰਨ ਕੀ ਹੈ, ਬੁਰਾ ਕੀ ਹੈ, ਭਲਾ ਕੀ ਹੈ। ਤੂੰ ਤੇ ਘੱਟੋ ਘੱਟ ਇਸ ਭੀੜ ਵਿੱਚੋਂ ਨਿਕਲ, ਤੂੰ ਤੇ ਸੁਚੇਤ ਹੋਣਾ ਸਿੱਖ। ਮੇਰੇ ਕੋਲ ਆਉਣ ਦਾ ਕੁਝ ਨਾ ਕੁਝ ਤੇ ਤੈਨੂੰ ਲਾਭ ਹੋਵੇ। ਬਾਬਾ ਫਰੀਦ ਜੀ ਕੀ ਕਹਿੰਦੇ? ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਭੀ ਵੱਜਾ ਨਾਲ। ਸਾਰਾ ਸੰਸਾਰ ਵਿਕਾਰੀ ਬਿਰਤੀਆਂ ਦਾ ਵਾਜਾ ਵੱਜ ਰਿਹਾ ਹੈ ਤੇ ਉਸ ਵਜਾਏ ਹੋਏ ਵਾਜੇ ਦੇ ਸ਼ੋਰ ਵਿੱਚ ਨੱਚਦਾ, ਬੇਧਿਆਨਾ ਬੇਸੰਜਮਾ ਹੋ ਕੇ ਜੀਵਨ ਜੂ ਰਿਹਾ ਤੇ ਭਟਕ ਰਿਹਾ ਹੈ। ਤੂੰ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ, ਤੂੰ ਵੀ ਇਸ ਮਾਇਆਵੀ ਵਿਕਾਰੀ ਬਿਰਤੀਆਂ ਦੇ ਵਾਜੇ ਦਾ ਨਾਚ ਨੱਚ ਰਿਹਾ। ਤੈਨੂੰ ਨਹੀਂ ਪਤਾ ਲੱਗ ਰਿਹਾ ਤੇਰੇ ਜੀਵਨ ਦਾ ਇੱਕ ਇੱਕ ਪਲ ਕਿੰਨਾ ਕੀਮਤੀ ਸੀ। ਤੈਨੂੰ ਪਾਤਸ਼ਾਹ ਕਹਿੰਦੇ 5 ਪਹਿਰੇਦਾਰ ਦਿੱਤੇ ਸੀ ਤੇਰੇ ਅੰਦਰ ਦੀ ਆਨੰਦ ਦੀ ਰਾਖੀ ਕਰਨ ਵਾਸਤੇ, ਤੇਰੀ ਵਿਚਾਰ ਸ਼ਕਤੀ ਨੂੰ ਸੁਚੱਜੇ ਢੰਗ ਨਾਲ ਵਰਤਣ ਵਾਸਤੇ। ਤੂੰ ਕੀ ਬਣਾ ਲਿਆ? ਤੇਰੇ ਪਹਿਰੇਦਾਰ ਹੀ ਸੌਂ ਗਏ। ਬੜੇ ਰਮਜ਼ ਭਰੇ ਬਚਨ ਸਤਿਗੁਰੂ ਨੇ ਬਾਣੀ ਵਿੱਚ ਕੀਤੇ ਹੈ। ਮਹਾਰਾਜ ਕਹਿੰਦੇ 5 ਪਹਿਰੂਆ ਦਰ ਮਹਿ ਰਹਤੇ, ਤਿਨਕਾ ਨਹੀਂ ਪਤਿਆਰਾ। ਚੇਤ ਸੁਚੇਤ ਚਿਤ ਰਹੋ। ਆ 5 ਪਹਿਰੂਏ ਦਿੱਤੇ ਸੀ ਮਹਾਰਾਜ ਕਹਿੰਦੇ ਤੁਹਾਨੂੰ। ਅੱਖਾਂ, ਕੰਨ, ਨੱਕ, ਜੀਭ, ਚਮੜੀ, ਇਹ ਦਿੱਤੇ ਸੀ ਤੁਹਾਨੂੰ। ਇਹ 5 ਪਹਿਰੇਦਾਰ। ਹੁਣ 5 ਪਹਿਰੇਦਾਰ ਕਿਵੇਂ, ਥੋੜਾ ਜਿਹਾ ਸਮਝਣ ਦਾ ਯਤਨ ਕਰੀਏ।
ਅੱਖਾਂ ਨੇ, ਦੇਖਣ ਸ਼ਕਤੀ ਹੈ ਨਾ। ਮਹਾਰਾਜ ਕਹਿੰਦੇ ਇਹਨਾਂ ਅੱਖਾਂ ਨਾਲ ਤੁਸੀਂ ਆਪਣੇ ਨਾਲ ਵਾਪਰਨ ਵਾਲੇ ਕਿਸੇ ਵੀ ਖਤਰੇ ਨੂੰ ਭਾਂਪ ਲੈਂਦੇ ਹੋ। ਸੜਕ ਤੇ ਜਾ ਰਹੇ ਹੋ, ਦੂਰੋਂ ਕੋਈ ਚੀਜ਼ ਤੁਹਾਡੇ ਵੱਲ ਆ ਰਹੀ ਹੈ, ਸਵਾਰੀ ਤੁਹਾਡੇ ਵੱਲ ਆ ਰਹੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੇ ਮੇਰੇ ਵੱਲ ਆ ਰਹੀ ਤੇ ਮੈਨੂੰ ਪਾਸੇ ਹਟ ਜਾਣਾ ਚਾਹੀਦਾ, ਨਹੀਂ ਤੇ ਮੇਰੇ 'ਚ ਆ ਕੇ ਵੱਜੇਗੀ। ਕੋਈ ਬੰਦਾ ਆ ਰਿਹਾ, ਬੇਧਿਆਨਾ ਆ ਰਿਹਾ ਹੈ, ਉਹਦਾ ਧਿਆਨ ਕਿਸੇ ਹੋਰ ਪਾਸੇ ਹੈ, ਤੁਹਾਨੂੰ ਲੱਗ ਰਿਹਾ ਹੈ, ਦਿਖ ਰਿਹਾ ਤੁਹਾਨੂੰ ਕਿ ਮੇਰੇ 'ਚ ਆ ਕੇ ਵੱਜ ਸਕਦਾ, ਤੁਸੀਂ ਥੋੜਾ ਪਾਸੇ ਹੋ ਜਾਂਦੇ ਹੋ ਜਾਂ ਆਵਾਜ਼ ਨਾਲ ਕਹਿ ਦਿੰਦੇ ਹੋ ਭਾਈ ਧਿਆਨ ਨਾਲ। ਅੱਖਾਂ ਪਹਿਰੇਦਾਰ ਹੋ ਗਈਆਂ ਨਾ। ਪਰ ਮਹਾਰਾਜ ਕਹਿੰਦੇ ਜੇ ਇਹਨਾਂ ਹੀ ਅੱਖਾਂ ਨੂੰ ਤੁਸੀਂ ਆਪ ਹੀ ਅਵੇਸਲੇ ਹੋ ਕੇ, ਸਰੀਰ ਜਾ ਰਹੇ ਨੇ, ਸੋਹਣੇ ਸਰੀਰ ਜਾ ਰਹੇ ਨੇ, ਬੜੀ ਸੁੰਦਰਤਾ ਹੈ ਉਹਨਾਂ ਸਰੀਰਾਂ ਵਿੱਚ, ਖਿੱਚ ਹੈ, ਬੜੀਆਂ ਸੋਹਣੀਆਂ ਪੁਸ਼ਾਕਾਂ ਪਾਈਆਂ, ਦੇਖਦੇ ਹੋ। ਪਰ ਮਹਾਰਾਜ ਕਹਿੰਦੇ ਏਦਾਂ ਵੀ ਤੇ ਦੇਖਿਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਕਿੰਨੇ ਸੋਹਣੇ ਸਰੀਰ ਬਣਾਏ ਤੁਸੀਂ, ਇੰਨੇ ਸਮਰੱਥ ਹੋ ਤੁਸੀਂ, ਇੰਨੇ ਆਕਰਸ਼ਕ ਸਰੀਰ ਬਣਾਉਣ ਦੇ ਤੁਸੀਂ ਸਮਰੱਥ ਹੋ। ਵਾਹ ਪਾਤਸ਼ਾਹ, ਕੈਸੀਆਂ ਬਖਸ਼ਾਂ ਤੁਹਾਡੀਆਂ, ਕੈਸੇ ਚਿੱਤਰਕਾਰ ਹੋ ਤੁਸੀਂ, ਕੈਸੇ ਘੜਨਹਾਰ ਹੋ ਤੁਸੀਂ। ਵਾਹ ਪਾਤਸ਼ਾਹ, ਬਲਿਹਾਰ ਤੁਹਾਡੇ ਤੋਂ, ਸਦਕੇ ਤੁਹਾਡੇ ਤੋਂ। ਇਹ ਅੱਖਾਂ ਰਾਹੀਂ ਦੇਖਿਆ ਨਾ। ਪਰ ਮਹਾਰਾਜ ਕਹਿੰਦੇ ਜੇ ਇਹਨਾਂ ਅੱਖਾਂ ਨੂੰ ਨਾਲ ਦੇਖਦੇ ਆ, ਉਹ ਸਰੀਰ ਦੇ ਮਾਲਕ ਬਣਨ, ਉਹ ਸਰੀਰ ਤੇ ਕਾਬਜ਼ ਹੋਣ ਦੀ ਬਿਰਤੀ ਆ ਗਈ, ਤੇ ਫਿਰ ਪਹਿਰੇਦਾਰ ਨੇ ਤੇ ਗੜਬੜ ਕਰਤੀ ਨਾ। ਹੁਣ ਮਹਾਰਾਜ ਕਹਿੰਦੇ ਬਸ ਆ ਹੈ, ਪਹਿਰੇਦਾਰ ਸੌਂ ਗਿਆ ਤੁਹਾਡਾ। ਇਹ ਅੱਖਾਂ ਮੈਲੀਆਂ ਹੋ ਗਈਆਂ, ਇਹਨਾਂ ਅੱਖਾਂ ਨੇ ਵਿਕਾਰੀ ਬਿਰਤੀਆਂ ਦੇ ਅਧੀਨ ਤੁਹਾਨੂੰ ਉਸ ਪਾਸੇ ਵੱਲ ਚੱਲਣ ਲਈ ਮਜਬੂਰ ਕਰ ਦਿੱਤਾ ਜਿਸ ਪਾਸੇ ਨਹੀਂ ਸੀ ਚੱਲਣਾ ਚਾਹੀਦਾ, ਜਿਹੜਾ ਚੱਲਣਾ ਤੁਹਾਡੇ ਲਈ ਨੁਕਸਾਨਦਾਇਕ ਸੀ, ਨਰਕ ਘੋਰ ਕਾ ਦੁਆਰਾ ਸੀ, ਉਹ ਨਮੋਸ਼ੀ ਸੀ, ਸ਼ਰਮਿੰਦਗੀ ਸੀ, ਪਾਪ ਸੀ ਉਹ। ਪਰ ਅੱਖਾਂ ਨੇ ਸੁਚੇਤ ਕਰਨ ਦੀ ਬਜਾਏ ਉਸ ਪਾਸੇ ਵੱਲ ਤੋਰਤਾ। ਮਹਾਰਾਜ ਕਹਿੰਦੇ ਇਹ 5 ਪਹਿਰੇਦਾਰ ਸੌਂ ਗਏ ਨੇ ਇਸ ਸੰਸਾਰ ਦੇ ਮਨੁੱਖਾਂ ਦੇ, ਤੇ ਇਹਨਾਂ ਨੂੰ ਜਗਾਉਣਾ। ਮਹਾਰਾਜ ਕਹਿੰਦੇ ਆਓ ਬੈਠੋ ਮੇਰੇ ਕੋਲ, ਮੈਂ ਤੁਹਾਨੂੰ ਜਗਾਉਣਾ ਸਿਖਾਵਾਂ। ਇਹ ਕੰਨ ਸੌਂ ਗਏ, ਇਹਨਾਂ ਕੰਨਾਂ ਰਾਹੀਂ ਸੁਣਨਾ ਸੀ। ਇਹ ਸ਼ਰਵਣੋ ਮੇਰਿਓ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਹਰਿਆਵਲ ਆਉਣੀ ਸੀ, ਖੇੜਾ ਆਉਣਾ ਸੀ, ਖੁਸ਼ੀ ਆਉਣੀ ਸੀ। ਜਿਹੜਾ ਆਨੰਦ ਅਸੀਂ ਭਾਲਦੇ ਫਿਰਦੇ ਹਾਂ ਦਿਨੇ ਰਾਤ, ਉਹ ਆਨੰਦ ਇਸ ਬਿਰਤੀ ਦੇ ਨਾਲ ਆਉਣਾ ਸੀ, ਤੇ ਉਹਦੇ ਲਈ ਸਾਧਨ ਬਣਨਾ ਸੀ ਇਹਨਾਂ ਕੰਨਾਂ ਨੇ। ਮਹਾਰਾਜ ਕਹਿੰਦੇ ਆਪਣੀ ਸੁਣਨ ਸ਼ਕਤੀ ਹੀ ਸੁਆ ਲਈ। ਇਹ ਪਹਿਰੇਦਾਰ ਸੌਂ ਗਿਆ, ਅਜੀਬ ਦਿੱਤੀ ਸੀ, ਬੜੀ ਕੀਮਤੀ ਦਾਤ ਸੀ ਇਹ ਪਹਿਰੇਦਾਰ ਸੀਗਾ। ਇਹਦੇ ਰਾਹੀਂ ਅਸੀਂ ਭੋਜਨ ਦੇ ਸਵਾਦ ਨੂੰ ਵੀ ਮਾਣਨਾ ਸੀ। ਕਿੰਨੇ ਸਵਾਦਲੇ ਭੋਜਨ ਸਾਨੂੰ ਮਹਾਰਾਜ ਨੇ ਬਖਸ਼ੇ। ਰੋਟੀ ਦਾ, ਭੋਜਨ ਦਾ, ਪਦਾਰਥਾਂ ਦਾ ਆਨੰਦ ਸਵਾਦ ਲੈਣ ਦੇ ਸਮਰੱਥ ਬਣਾਈ ਸੀ। ਪਰ ਇਸ ਜੀਬ ਨੂੰ ਸੁਆ ਕੇ ਅਸੀਂ ਬਦਪਰਹੇਜ਼ੀ ਕਰ ਲਈ। ਭੁੱਖ ਸੀ 2 ਰੋਟੀਆਂ ਦੀ, ਸਵਾਦ ਦੇ ਵਿੱਚ 4 ਖਾ ਲਈਆਂ, ਤੇ ਤੰਦਰੁਸਤੀ ਦੀ ਬਜਾਏ ਬਿਮਾਰੀ ਸਹੇੜ ਲਈ। ਪਹਿਰੇਦਾਰ ਸੌਂ ਗਿਆ। ਇਸ ਰਸਨਾ ਰਾਹੀਂ ਉਸਤਤ ਕਰਨੀ ਸੀ, ਚੰਗੇ ਗੁਣਾਂ ਦਾ ਵਿਖਿਆਨ ਕਰਨਾ ਸੀ, ਚਰਚਾ ਕਰਨੀ ਸੀ। ਅਸੀਂ ਇਹਦੇ ਰਾਹੀਂ ਔਗਣਾਂ ਦੀ ਚਰਚਾ ਸ਼ੁਰੂ ਕਰਤੀ, ਦੂਜਿਆਂ ਦੀ ਨਿੰਦਿਆ ਸ਼ੁਰੂ ਕਰਤੀ। ਆਪਣੇ ਹੀ ਸਿੱਖ ਭਰਾ ਦੀ ਚਰਨ ਧੂੜ ਮੰਗਣ ਵਾਲਾ ਸਿੱਖ ਹੀ ਆਪਣੇ ਸਿੱਖ ਭਰਾ ਦੀ ਅਪਮਾਨ ਭਰੇ ਬੋਲਣ ਲੱਗ ਗਿਆ। ਸੌਂ ਗਿਆ ਪਹਿਰੇਦਾਰ। ਬਾਦਸ਼ਾਹ ਫਿਰ ਇਸ ਨੀਂਦ ਵਿੱਚੋਂ ਤੇ ਮਹਾਰਾਜ ਕਹਿੰਦੇ ਤੁਸੀਂ ਆਨੰਦ ਲੱਭਦੇ ਹੋ, ਖੁਆਰੀ ਤੇ ਹੈ, ਖੁਆਰੀ ਤੇ ਮਿਲੇਗੀ, ਆਨੰਦ ਨਹੀਂ ਮਿਲੇਗਾ, ਜੀਵਨ ਦਾਤਾ ਤੇ ਨਹੀਂ ਮਿਲੇਗਾ, ਵਿਕਾਰ ਜ਼ਰੂਰ ਤੁਹਾਡੇ ਪੱਲੇ ਪੈ ਜਾਣਗੇ। ਮਹਾਰਾਜ ਕਹਿੰਦੇ ਮਾਈ ਸੰਤ ਸੰਗ ਜਾਗੀ, ਮੈਂ ਜਾਗ ਪਈ ਹਾਂ। ਕਿਹਦੇ ਸਦਕਾ? ਆਪਣੇ ਸੰਤ ਰੂਪ ਗੁਰੂ ਦਾ ਸਦਕਾ। ਗੁਰੂ ਦੇ ਉਪਦੇਸ਼ ਨੇ ਮੈਨੂੰ ਮੇਰੇ ਜੀਵਨ ਵਿੱਚ ਯੋਗ ਅਯੋਗ ਦਾ ਨਿਰਣਾ ਕਰਨ ਦੀ ਜਾਂਚ ਸਿਖਾਤੀ। ਗੁਰੂ ਦੇ ਉਪਦੇਸ਼ ਨੇ ਮੈਨੂੰ ਦੱਸ ਦਿੱਤਾ
कि ਪ੍ਰਿਥੀ ਚੰਦ ਦੀ ਬਿਰਤੀ ਕਿਹੜੀ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਿਰਤੀ ਕਿਹੜੀ ਹੁੰਦੀ ਹੈ, ਧੀਰ ਮੱਲ ਦੀ ਬਿਰਤੀ ਕਿਹੜੀ ਹੁੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਬਿਰਤੀ ਕਿਹੜੀ ਹੁੰਦੀ ਹੈ, ਕਿਵੇਂ ਗੁਰੂ ਦੇ ਦਰ ਤੇ ਆ ਕੇ ਪ੍ਰਵਾਨ ਚੜਿਆ ਜਾਂਦਾ, ਕਿਵੇਂ ਇੱਥੋਂ ਲੋਕ ਪਰਲੋਕ ਦਾ ਸੁਖ ਪ੍ਰਾਪਤ ਕੀਤਾ ਜਾਂਦਾ ਹੈ। ਅਵੇਸਲੇਪਣ ਨਾਲ ਨਹੀਂ, ਸੁਚੇਤ ਹੋ ਕੇ ਸ਼ਰਧਾ ਭਰੋਸੇ ਦੇ ਨਾਲ। ਕੀ ਹੋਇਆ ਮੈਨੂੰ ਜੇ ਅੱਜ ਦੂਜਾ ਗੁਰਸਿੱਖ ਆਪਣੇ ਢੰਗ ਨਾਲ ਬਾਣੀ ਪੜ੍ਹਦਾ ਵਿਚਾਰ ਕਰਦਾ ਨਜ਼ਰ ਆਉਂਦਾ, ਮੈਂ ਜਿਸ ਕੋਲੋਂ ਬਾਣੀ ਦਾ ਪਠਨ ਪਾਠਨ ਸਿੱਖਿਆ, ਮੈਂ ਜਿਸ ਕੋਲੋਂ ਬਾਣੀ ਦਾ ਉਪਦੇਸ਼ ਸੰਥਿਆ ਲਈ, ਉਹਨੇ ਹੋਰ ਤਰੀਕੇ ਨਾਲ ਸਿਖਾਤੀ, ਦੂਜੇ ਨੂੰ ਹੋਰ ਤਰੀਕੇ ਨਾਲ ਸਿਖਾਤੀ, ਉਹਨੂੰ ਵਿਚਾਰ ਹੋਰ ਤਰੀਕੇ ਨਾਲ ਕਰਨੀ ਆ ਗਈ, ਉਹਨੇ ਬਿਆਨ ਹੋਰ ਤਰੀਕੇ ਨਾਲ ਕੀਤਾ, ਮੈਨੂੰ ਹੋਰ ਤਰੀਕੇ। ਕਾਹਦਾ ਮਾਣ ਹੈ ਇਸ ਗੱਲ ਦਾ ਕਿ ਮੈਂ ਬਹੁਤ ਵਧੀਆ ਕਥਾਕਾਰ ਹੋ ਗਿਆ, ਮੈਂ ਬਹੁਤ ਵਧੀਆ ਵਿਦਵਾਨ ਹੋ ਗਿਆ। ਜੇ ਦਾਤ ਦਿੱਤੀ ਹੈ, ਇਸ ਦਾਤ ਦਾ ਮਾਣ ਕਾਹਦਾ? ਇਹਦੇ ਵਿੱਚ ਤੇ ਹੋਰ ਝੁਕਣਾ ਸੀ। ਧਰ ਤਰਾਜੂ ਤੋਲੀਐ ਨਿਵੇਂ ਸੋ ਗੌਰਵ ਹੋਏ ਦੀ ਸਿੱਖਿਆ ਗੁਰੂ ਕੋਲੋਂ ਦ੍ਰਿੜ ਕਰਨੀ ਸੀ, ਤੇ ਮੈਨੂੰ ਹੰਕਾਰ ਹੋ ਗਿਆ ਇਸ ਗੱਲ ਦਾ ਕਿ ਜਿੰਨਾ ਵਧੀਆ ਮੈਨੂੰ ਬਾਣੀ ਦਾ ਪਾਠ ਆਉਂਦਾ, ਜਿੰਨਾ ਸ਼ੁੱਧ ਮੈਂ ਉਚਾਰਨ ਕਰ ਸਕਦਾ, ਜਿੰਨਾ ਮੈਂ ਵਧੀਆ ਤਰੀਕੇ ਨਾਲ ਬਾਣੀ ਦੀ ਵਿਚਾਰ ਕਰ ਸਕਦਾ, ਕੀਰਤਨ ਕਰ ਸਕਦਾ, ਦੂਜੇ ਨੂੰ ਕਿੱਥੇ ਆਉਂਦਾ। ਗੱਲ ਇੱਥੇ ਤੱਕ ਸੀਮਤ ਨਹੀਂ ਹੋਈ। ਦੂਜਿਆਂ ਨੇ ਜਿਸ ਤਰੀਕੇ ਨਾਲ ਕੀਰਤਨ ਕੀਤਾ, ਬਾਣੀ ਦਾ ਉਚਾਰਨ ਕੀਤਾ, ਬਾਣੀ ਦੀ ਵਿਚਾਰ ਕੀਤੀ, ਉਹ ਸਰਾਸਰ ਗਲਤ ਹੈ। ਉਹਨੂੰ ਹੱਕ ਹੀ ਨਹੀਂ ਹੈ ਇਸ ਗੱਲ ਦਾ। ਤੇ ਇਹਦੇ ਲਈ ਪੱਗੋ ਪੱਗੀ ਹੋਣ ਤੱਕ ਚਲੇ ਗਏ, ਤਮਾਸ਼ੇ ਦਿਖਾਉਣ ਤੱਕ ਚਲੇ ਗਏ। ਤੇ ਦਾਤਾਰ ਪਾਤਸ਼ਾਹ ਕਹਿੰਦੇ ਜਾਗੇ ਨਹੀਂ ਤੁਸੀਂ, ਸੌਂ ਗਏ, ਹੋਰ ਸੌਂ ਗਏ। ਚਾਹੀਦਾ ਇਹ ਸੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਗੁਰੂ ਦੀ ਸਿੱਖਿਆ ਰਾਹੀਂ ਅੰਦਰ ਦੇ ਅਗਿਆਨ ਦਾ ਸਾਰਾ ਹਨੇਰਾ ਮਿਟ ਜਾਂਦਾ ਤੇ ਆਪਣੇ ਸਿੱਖ ਭਰਾ ਵਿੱਚੋਂ ਗੁਰੂ ਦੀ ਜੋਤ ਜਗਦੀ ਦੇਖਣ ਦਾ ਚਾਉ ਪੈਦਾ ਹੁੰਦਾ। ਨਹੀਂ, ਮੇਰੇ ਗੁਰਸਿੱਖ ਭਰਾ ਨੂੰ ਅਜੇ ਬਾਣੀ ਉਸ ਤਰੀਕੇ ਨਾਲ ਪੜ੍ਹਨੀ, ਸੁਣਨੀ, ਵਿਚਾਰਨੀ ਆਈ, ਤੇ ਮੈਂ ਆਪਣੇ ਗੁਰੂ ਕੋਲੋਂ ਮੰਗਦਾ ਆ ਕੇ ਦਾਤਾਰ ਪਾਤਸ਼ਾਹ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਪਾਤਸ਼ਾਹ ਜੀ ਕਿਰਪਾ ਕਰੋ ਇਹਦੇ ਤੇ, ਇਹਨੂੰ ਜੋੜ ਲਓ ਆਪਣੇ ਨਾਲ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਉਹ ਭਲੇ ਉਹ ਕਿੱਥੇ ਚਲੇ ਗਏ ਆ ਅਸੀਂ? ਰੱਖਿਆ ਰਿਆਇਤ ਮੰਗਦੇ ਆ ਆਪਣੇ ਸਿੱਖ ਭਰਾਵਾਂ ਦੀ, ਉਹਨੂੰ ਹੀ ਅਪਮਾਨਿਤ ਕਰਨ ਤੁਰ ਗਏ। ਕੌਣ ਬਚਾ ਸਕੇਗਾ ਸਾਨੂੰ ਇਸ ਖੁਆਰੀ ਤੋਂ? ਕੋਈ ਨਹੀਂ ਬਚਾ ਸਕਦਾ। ਸਾਨੂੰ ਹੀ ਸੁਚੇਤ ਹੋਣਾ ਪਵੇਗਾ। ਮਾਈ ਸੰਤ ਸੰਗ ਜਾਗੀ, ਜਾਗ ਪਈਆਂ ਮੈਂ ਗੁਰੂ ਦੇ ਉਪਦੇਸ਼, ਗੁਰੂ ਦੀ ਉਪਦੇਸ਼ ਦੀ ਬਾਣੀ ਦੀ ਸੰਗਤ ਵਿੱਚ। ਤੇ ਇਸ ਜਾਗਣ ਦਾ ਨਤੀਜਾ ਕੀ ਨਿਕਲਿਆ? ਪ੍ਰਿਆ ਰੰਗ ਦੇਖੈ ਜਪਤੀ ਨਾਮ ਨਿਧਾਨੀ। ਹੁਣ ਮੈਨੂੰ ਇੱਕ ਵੱਖਰੇ ਤਰ੍ਹਾਂ ਨਾਲ ਜੀਵਨ ਜਿਉਣ ਦੀ ਜਾਚ ਆ ਗਈ ਹੈ। ਹੁਣ ਮੈਂ ਜਦੋਂ ਆਪਣੇ ਅੰਦਰ ਦੇਖਦਾ ਤੇ ਮੈਨੂੰ ਆਪਣਾ ਆਪਾ ਜਦੋਂ ਨਜ਼ਰ ਆਉਂਦਾ, ਮੇਰੇ ਗੁਰੂ ਨੇ ਐਸਾ ਸਿਖਾਇਆ ਕਿ ਮੇਰੇ ਅੰਦਰ ਤੇ ਵਾਹਿਗੁਰੂ ਜੀ ਦੀ ਜੋਤ ਦਾ ਪ੍ਰਕਾਸ਼ ਸੀ। ਮੈਂ ਤੇ ਵਾਹਿਗੁਰੂ ਰੂਪ ਹਾਂ, ਮੈਂ ਤੇ ਰਾਮ ਕੀ ਅੰਸ਼ ਹਾਂ। ਹੁਣ ਮੈਨੂੰ ਗੁਰੂ ਨੇ ਸਮਝਾਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੂੰ ਸਧਾਰਨ ਨਹੀਂ। ਤੂੰ ਵਿਕਾਰਾਂ ਦੀ ਸੰਗਤ ਵਿੱਚ ਜਿਉਣ ਵਾਸਤੇ ਨਹੀਂ ਬਣਾਇਆ ਗਿਆ। ਤੈਨੂੰ ਤੇ ਵਾਹਿਗੁਰੂ ਜੀ ਨੇ ਸੰਤ ਬਣਾਉਣ ਵਾਸਤੇ, ਸਤ ਸੰਗੀ ਬਣਾਉਣ ਵਾਸਤੇ, ਆਪਣਾ ਰੂਪ ਸਮਝਣ ਸਮਝਾਉਣ ਵਾਸਤੇ ਪੈਦਾ ਕੀਤੀ ਸੀ। ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ, ਇਹ ਤਰ੍ਹਾਂ ਲੋਕੀ ਬਣਾਈ ਤੇ ਇਹਦੇ ਵਿੱਚ ਸਾਨੂੰ ਮਨੁੱਖਾ ਜੀਵਨ ਦਿੱਤਾ। ਮਹਾਰਾਜ ਕਹਿੰਦੇ ਇਹਦਾ ਮਕਸਦ ਸੀ ਸੰਤ ਹੇਤ, ਤੁਹਾਨੂੰ ਸੰਤ ਬਣਾਉਣ ਵਾਸਤੇ, ਆਪਣਾ ਰੂਪ ਬ੍ਰਹਮ ਗਿਆਨੀ ਬਣਾਉਣ ਵਾਸਤੇ, ਤੁਹਾਡੇ ਅੰਦਰੋਂ ਆਪਣਾ ਆਪਾ ਪ੍ਰਗਟ ਕਰਨ ਵਾਸਤੇ, ਪ੍ਰਕਾਸ਼ਿਤ ਕਰਨ ਵਾਸਤੇ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੇ ਤੁਹਾਨੂੰ ਬਣਾਇਆ ਸੀ, ਕਿੱਧਰ ਤੁਰ ਗਏ ਤੁਸੀਂ? ਕਦੀ ਤੇ ਸੁਚੇਤ ਹੋਵੋ, ਕਦੀ ਤੇ ਆਪਣੇ ਮਨ ਨੂੰ ਆਖੋ ਅਬ ਮਨ ਜਾਗਤ ਰਹੋ ਰੇ ਭਾਈ। ਹੁਣ ਤੇ ਜਾਗਣ ਦੀ ਜਾਚ ਸਿੱਖ ਲੈ, ਬਹੁਤ ਜਨਮ ਲੰਘ ਗਏ, ਹੁਣ ਵੀ ਪਤਾ ਨਹੀਂ ਕਿੰਨਾ ਸਮਾਂ ਤੇਰਾ ਬਾਕੀ ਹੈ। ਸੁੱਤਿਆਂ ਸੁੱਤਿਆਂ ਨਾ ਕਰ ਇਹ ਸਮਾਂ ਬਤੀਤ, ਜਾਗ, ਨਹੀਂ ਤੇ ਕਦੀ ਤੈਨੂੰ ਕਾਮ ਨੇ ਲੈ ਜਾਣਾ ਖਿੱਚ ਕੇ, ਉੱਥੇ ਨਰਕ ਵਿੱਚ ਸੁੱਟਣਾ ਹੈ ਜਿੱਥੇ ਸਵਾਏ ਕਲਾ ਕਲੇਸ਼ ਤੋਂ, ਸ਼ਰਮਿੰਦਗੀ ਨਮੋਸ਼ੀ ਤੋਂ ਕੁਛ ਨਹੀਂ। ਕਦੀ ਕ੍ਰੋਧ ਨੇ ਤੈਨੂੰ ਉੱਥੇ ਜਾ ਕੇ ਸੁੱਟਣਾ ਹੈ
जिथे तेरे कोल सवाई कला कलेश झगड़ियां तो बिना कुछ नहीं, कतलो गारत तो बिना, मारा मारी तो बिना कुछ नहीं, ईरखा दवैश निंदिया तो बिना कुछ नहीं। बच जाइए। दाता जी कहते मैं हुण संसार नूं जदों देखदा, जदों गुरु अर्जन देव पातशाह कहते हैं ना को हमरा दुश्मन रहा ना हम किसके बैराई, तां इह किवें होया? महाराज कहते मैनूं वाहिगुरू जी नूं देखना आ गया, अपने अंदरों भी ते संसार दे अंदरों भी प्रिय रंग देखा। मैं हुण करता पुरख दे कौतक देखदा, वाह पातशाह इस संसार विच कैसे मनुख पैदा कीते तुसीं, असीं किस तरह दे जीव पैदा कीते, किसे विच जहर पैदा कीती सप बना के, ते किसे विच कोयल वर्गे मिठे बोल पैदा करते तुसीं। इस संसार रूपी दरखत दे थले सानू जीवां नूं पैदा करके किसे नूं विकारी बिरतियां विच पाता, किसे नूं निरंकारी बिरतियां विच पाता। बिरखा हेठ सब जानते इकट्ठे, एक तत्ते एक बोलन मिठे। वाह पातशाह कैसी तुहाडी खेड। बिख अमृत करतार उपाए, संसार बिरख को दोए फल लाए। वाह पातशाह नमस्कार तुहानू। मैं तुहाडे कौतक देख देख के हैरान हो रहा। विस्माद नाद, विस्माद वेद, विस्माद जी, विस्माद भेद, विस्माद रूप, विस्माद रंग, विस्माद नांगे फिरें जंत। वाह पातशाह ये कैसी खेड तुहाडी, हैरान कुन आश्चर्य कुन खेड। प्रिय रंग देखै जपती नाम निधानी। महाराज कहते सारे सुखां दा खजाना करता पुरख वाहिगुरू जी का नाम मेरे अंदर चल पिया है। हुण सिमरन दी रौं चल पई है। हुण मैनू वाहिगुरू जी नूं याद करन तो बिना होर कुछ नहीं सुझदा। ये संसार दे विच काम काज करदिआं, शरीर दे राहीं वरतों विहार करदिआं मैनू होर कुछ नहीं चेते आउंदा। करता पुरख वाहिगुरू जी दी वाह वाह। वाहिगुरू शुक्र तुहाडा, वाह पातशाह शुक्र तुहाडा। ये मनो अवस्था मैनू प्राप्त हो गई जदों मैनू गुरु ने अपने उपदेश राहीं जीवन दे मकसद दा सच समझा के सुचेत कर दिता है। उस नूं प्राप्त करन लई दर्शन प्यास लोचन तार लागी। हुण मेरी अवस्था की है? साहब कहंदे मैं इत्थे लियाउणा चाहुंदा तुहानूं कि तुसीं संसार नूं जदों देखो मेरे वांग देखो। तुहानूं संसार दे विच अपने बेगाने धड़ियां विच नजर ना आउण, करता पुरख दे रूप विच नजर आउण, ओदे साजे होए भांडे नजर आउण। तुहानूं सब भांडे तुधै साजिया, विच वस्त हर थारा दी सोझी तुहानूं होवे। सबको मीत हम आपन कीना हन, सबना के साजन दी बिरती तुहाडे अंदर आवे। ये सुचेतता, ये ध्यान, ये समझ महाराज कहंदे मैं तुहाडे अंदर दृढ़ हुंदी देखना चाहुंदा जदों तुसीं मेरे कोल आए हो। दर्शन प्यास लोचन तार लागी। हुण मेरियां अखां टिकटिकी ला के अपने करता पुरख वाहिगुरू जी दे दर्शनां लई ही लोचदियां ने। इस संसार विचों मैनू वाहिगुरू जी दे दर्शनां दी भुख लगी पई है। होर कुछ मैं देखना ही नहीं चाहुंदा। बिनसी बिसरी इतिहास बिडानी। होर सारी तरह की प्यास बिडानी, बिडानी तो मतलब दूसरी होर प्यास मेरे अंदरों बुझ गई है, विसर गई है। याद रखा, मैं फिर बेनती करा, शरीरक पद्धर ते असीं जदों जिउने आ ते शरीरां दियां प्यासां शरीरां दियां भुखां अपनी जगह दे उत्ते कायम चलदियां ने। महाराज ये नहीं कह रहे कि हुण मैनू सिर्फ नाम की भुख लगी है तो मैं नाम ही छकदा, भोजन छकना छड़ दिता है। धन गुरु रामदास साहब महाराज का एक बचन बाणी दे विच साहब कहंदे हर नाम हमारा भोजन 36 प्रकार, जित खादा है हमको तृप्त भई। साहब गुरु रामदास साहब कहंदे मेरा भोजन इहो ही 36 प्रकार का भोजन मेरे वास्ते वाहिगुरू जी का नाम सिमरन, बस मैं इनू छकदा ते तृप्त होना। हुण जदों महाराज ये कहंदे कि मैं नाम का भोजन छक के तृप्त होना, तो यदा मतलब यह नहीं है कि महाराज ने रोटी खानी छड़ दी। शरीर की भुख वास्ते तो भोजन ही छकना पैना है, पर मन की भुख की गल करते है। महाराज कहते मैं वो नाम छक के तृप्त हो रहा,
और ये तृप्ति महाराज कहते जदों एक बारी आ जाती है ना, फिर तुहानूं दूजियां जिहड़ियां विकारी बिरतियां वालियां भुखां ने ना, वो तंग नहीं करदियां, उन्हां विच नहीं तुसीं ग्रसे जांदे। अगे बचन करदे महाराज, हर नाम हमारा पहनण, जे फिर नंगे ना होवें, होर पहनण की हमारी शर्त गई। साहब कहते मेरा पहनना हर नाम हो गया है, मैं नाम दे बस्तर पा ले ने, और ये नाम दे बस्तर पाउण तो बाद मैं बेपर्द होण तो बच गया। बेपर्द होना असीं नमोशी दी, शर्मिंदगी दी अवस्था गिणदे आ ना। नग्न होके फिरना इस संसार दे विच शर्मिंदगी भरिया गिणिया जांदा। महाराज कहते हुण मैं शर्मिंदगी वाली नमोशी वाली अवस्था तो उपर उठ गया। होर पहनण की हमारी शर्त गई। इहदा मतलब ये नहीं है कि महाराज ने कपड़े पाउणे छड्डते, नहीं। महाराज कहते ये जिहड़ी विकारी बिरती अंदर ना बेसंजमापन, कपड़ियां तक शरीर नूं कज्जण दियां बेसंजमियां लोड़ां तक उन्हें इन्ने वधिया कपड़े पाए आ, मेरे कोल उस तों वधिया क्यों नहीं। महाराज कहते ਇਹ ਜਿਹੜੀਆਂ ਬਿਰਤੀਆਂ ने ना बाहर मुखी, इन्हां नूं मैं गुरु दी बख्शिश नाल अपने अंदरों मुका के एक अंदर नाम दे पहनण दी, नाम नूं अपना पहरावा बनाउण दी जाच गुरु कोलों सिख लई। अब गुरु पायो है सहज सुखदायक, दर्शन पेखत मन लपटानी। हुण गुरु दी प्राप्ति होई है, गुरु दी संगत विचों मैनूं लभ्या कि सहज सुखदायक ਉਹ नाम सिमरन, ਉਹ उपदेश ਜਿਹਦੇ ਨਾਲ ਟਿਕਾਓ ਆਉਂਦਾ ਹੈ ਅੰਦਰ, ਜਿਹਦੇ ਨਾਲ ਅਡੋਲਤਾ ਆਉਂਦੀ ਹੈ ਅੰਦਰ, ਚੰਚਲਤਾ ਵਿਕਾਰੀ ਬਿਰਤੀਆਂ ਦਾ ਬੇਧਿਆਨਾਪਣ ਮੁੱਕਦਾ ਹੈ, ਜਿਹਦੇ ਨਾਲ ਖੱਜਲ ਖੁਆਰੀ ਦੇ ਵਿੱਚ ਗਰਸੇ ਪਏ ਸੀ। ਮਹਾਰਾਜ ਕਹਿੰਦੇ ਸਦੀਵੀ ਆਨੰਦ ਦੇਣ ਵਾਲਾ ਟਿਕਾਓ ਵਾਲਾ ਉਪਦੇਸ਼ ਮੈਨੂੰ ਗੁਰੂ ਕੋਲੋਂ ਪ੍ਰਾਪਤ ਹੋਇਆ। ਦਰਸ਼ਨ ਪੇਖਤ ਮਨ ਲਪਟਾਨੀ। ਹੁਣ ਗੁਰੂ ਦੇ ਦਰਸ਼ਨ ਕਰਕੇ ਮੇਰਾ ਜੀ ਕਰਦਾ ਮੈਂ ਗੁਰੂ ਦੇ ਚਰਨਾਂ ਨਾਲ ਹੀ ਲਿਪਟਿਆ ਰਹਾ। गुरु दे उपदेश नाल एक शरधा भरी, प्यार भरी, सत्कार भरी सांझ मेरी कदी भी टुटे ना, लिव जुड़ी रहे। उथे भावें दुनिया विच विचरदे आ, दुनिया दे काम काज करदे आ, मैं शरीरक तौर ते इस दुनिया दे सब काम काज करां, पर मेरी लिव, मेरा ध्यान, मेरा विचार गुरु दे उपदेश नाल जुड़िया रवे। देख दमोदर रहस मन उपजियो, नानक प्रिय अमृत बानी। गुरु दे शब्द नाल जुड़ के मेरे अंदर रहस, विस्मादी आनंद ये प्रगट हो गया। जिथे मेरे अंदर हुण कोई विकारी बिरतियां दा प्रभाव मैनूं बेध्याना बेसंजमा नहीं कर सकदा। नानक प्रिय अमृत बानी। हुण मैनूं निंदिया वाली बाणी, निंदिया वाले बोल, ईरखा भरे हंकार भरे बोल बोलण दा मन दे विच फुरना नहीं आउंदा। ਉਹ ਵਾਹਿਗੁਰੂ ਦੀ ਸਿਫਤ ਸਲਾਹ ਦੀ ਅੰਮ੍ਰਿਤ ਬਾਣੀ ਜਿਹੜੀ ਹੈ, ਆਨੰਦਦਾਇਕ ਬਾਣੀ ਜਿਹੜੀ ਹੈ, ਉਸ ਦਾ ਜਪਨ, ਉਹਦਾ ਪਠਨ ਪਾਠਨ, ਉਹਦੀ ਵਿਚਾਰ, ਉਹਦਾ ਗਾਇਨ, ਬਸ ਇਹੀ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਸਾਹਿਬ ਜੀ ਕਹਿੰਦੇ ਗੁਰੂ ਦਰ ਤੇ ਆਉਣ ਵਾਲਿਓ, ਮੇਰੇ ਜੀਵਨ ਦਾ ਇਹੀ ਮਕਸਦ ਹੈ। ਗੁਰੂ ਦਾ ਮਕਸਦ ਇਹੀ ਕਿ ਗੁਰੂ ਦੇ ਵਾਂਗ ਅਸੀਂ ਇਸ ਸਹਿਜ ਸੁਖਦਾਇਕ ਅੰਮ੍ਰਿਤ ਬਾਣੀ ਦੇ ਸਤ ਸੰਗੀ ਬਣ ਕੇ ਉਸ ਬਖਸ਼ਿਸ਼ ਦਾ ਆਪਣੇ ਲਈ ਦਰ ਖੁਲਵਾ ਲਈਏ ਤੇ ਇਹ ਜੀਵਨ ਸਾਡਾ ਆਨੰਦਮਈ ਬਖਸ਼ਿਸ਼ ਭਰਿਆ ਐਵੇਂ ਬਣ ਜਾਏ ਕਿ ਇੱਥੇ ਆਉਣਾ ਮਾਣ ਕਰਨ ਯੋਗ ਹੋ ਜਾਏ। ਅਸੀਂ ਖੁਆਰੀ ਤੋਂ ਬਚ ਕੇ ਆਨੰਦ ਦੀ ਅਵਸਥਾ ਵਿੱਚ ਜਾ ਸਕੀਏ। ਅੱਜ ਦਾ ਇਹ ਉਪਦੇਸ਼ ਗੁਰੂਦੇਵ ਨੇ ਇਸ ਪਰ ਉਪਕਾਰੀ ਭਾਵਨਾ ਨਾਲ ਸਾਡੀ ਝੋਲੀ ਪਾਇਆ। ਦਾਤਾ ਜੀ ਦੀਆਂ ਬਖਸ਼ਿਸ਼ਾਂ ਹੋਣ, ਅਸੀਂ ਇਸ ਉਪਦੇਸ਼ ਦੇ ਮਨ ਬਚਨ ਕਰਮ ਕਰਕੇ ਭਰੋਸੇ ਦੇ ਨਾਲ ਅੰਦਰ ਦੇ ਸਤਕਾਰ ਸ਼ਰਧਾ ਨਾਲ ਧਾਰਨੀ ਬਣ ਸਕੀਏ। ਇੰਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।